ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ 10ਵੇਂ ਪਾਤਸ਼ਾਹ ਦੇ ਜਿਹੜੇ ਸਵਈਏ ਨਿਤਨੇਮ 'ਚ ਨੇ, ਜਿਨ੍ਹਾਂ ਦਾ ਨਾਮ ਹੈ ਤਪ ਪ੍ਰਸਾਦ ਸਵਈਏ, ਉਹਨਾਂ ਦੀ ਕਥਾ ਸ਼ੁਰੂ ਕੀਤੀ ਗਈ ਸੀ। ਅੱਜ ਕਈ ਗੁਰੂ ਪਿਆਰਿਆਂ ਦੇ ਟੈਲੀਫੋਨ ਆਏ ਕਿ ਜੀ ਦੁਬਾਰਾ ਇਹਨਾਂ ਦੀ ਕਥਾ ਕਰੋ। ਇਹ ਤਾਂ ਸਾਨੂੰ ਜਿਹੜਾ ਜਾਪ ਸਾਹਿਬ ਤੋਂ ਵੀ ਔਖੇ ਲੱਗਦੇ ਨੇ, ਸੋ ਫਿਰ ਦੁਬਾਰਾ ਦੁਹਰਾ ਦਿੰਦੇ ਭਾਈ। ਸੋ ਇਹਨਾਂ ਦਾ ਨਾਮ ਹੈ ਤਪ ਪ੍ਰਸਾਦ ਸਵਈਏ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਫਿਰ ਅੱਗੇ ਹੈ ਪਾਤਸ਼ਾਹੀ 10ਵੀਂ, ਅਤੇ ਪਾਤਸ਼ਾਹੀ 10 ਲਿਖਿਆ ਹੋਇਆ ਹੈ। ਇਹਨੂੰ ਪਾਤਸ਼ਾਹੀ 10 ਨਹੀਂ ਪੜ੍ਹਨਾ, ਕਿਉਂਕਿ 10 ਪੁਲਿੰਗ ਹੈ, ਪਾਤਸ਼ਾਹੀ ਇਸਤਰੀ ਲਿੰਗ ਹੈ। ਇਸ ਲਈ ਇਹਦਾ ਉਚਾਰਨ ਹੋਏਗਾ ਪਾਤਸ਼ਾਹੀ 10ਵੀਂ। ਜੇ ਹੁੰਦਾ ਪਾਤਸ਼ਾਹ ਫਿਰ ਠੀਕ ਸੀ, ਪਾਤਸ਼ਾਹ 10ਵਾਂ ਫਿਰ ਆਪਾਂ ਕਹਿੰਦੇ। ਇਹ ਪਾਤਸ਼ਾਹੀ 10ਵੀਂ। ਤਪ ਪ੍ਰਸਾਦ। ਹੇ ਪਰਮਾਤਮਾ, ਮੈਂ ਤੇਰੀ ਕਿਰਪਾ ਦੇ ਨਾਲ ਇਹ ਜਿਹੜੇ ਸਵਈਏ ਨੇ ਇਹਨਾਂ ਦਾ ਉਚਾਰਨ ਕਰਨ ਲੱਗਾ ਹਾਂ, ਲਿਖਣ ਲੱਗਾ ਹਾਂ। 10ਵਾਂ ਪਾਤਸ਼ਾਹ ਕਹਿੰਦੇ ਅੱਗੇ ਇਸ ਸ਼ਬਦ ਸਵਈਏ, ਸੱਸਾ ਵਾਵੇ ਤੇ ਅਧਿਕ ਯਈਏ ਨੂੰ ਲਾਂ। ਇਹਦਾ ਉਚਾਰਨ ਹੈ ਸਵਈਏ, ਸੱਸਾ ਵਾਵੇ ਤੇ ਅਧਿਕ ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਸਵਈਏ। ਤਪ ਪ੍ਰਸਾਦ ਸਵਈਏ। ਪਹਿਲਾ ਸਵਈਏ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਇਹਨੂੰ ਮਤੀ ਨਹੀਂ ਪੜ੍ਹਨਾ, ਮਤੀ ਮਤਾਂ ਦੇ। ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹਿਓ ਮਤ। ਕੋ ਨ ਦੇਖੀਅਤ ਪ੍ਰਾਨ ਪਤੀ ਕੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ। ਏਕ ਰਤੀ ਬਿਨ ਏਕ ਰਤੀ ਕੇ। 10ਵਾਂ ਪਾਤਸ਼ਾਹ ਕਹਿੰਦੇ ਸਰਾਵਗ। ਜੈਨੀਆਂ ਨੂੰ ਕਹਿੰਦੇ ਨੇ। ਜੈਨੀ ਜਿਹੜੇ ਉਪਦੇਸ਼ ਕਰਦੇ ਨੇ, ਜਿਵੇਂ ਸੰਤ ਮਹਾਤਮਾ ਉਪਦੇਸ਼ ਕਰਦੇ ਨੇ, ਆਪਾਂ ਉਹਨਾਂ ਦੇ ਅੱਗੇ ਉਪਦੇਸ਼ ਸੁਣਦੇ ਹਾਂ। ਸੋ ਜੈਨੀਆਂ ਦੇ ਜਿਹੜੇ ਉਪਦੇਸ਼ਕ ਨੇ, ਉਹਨਾਂ ਦਾ ਉਪਦੇਸ਼ ਸੁਣਨ ਵਾਲਿਆਂ ਨੂੰ ਕਹਿੰਦੇ ਸਰਾਵਗ, ਭਾਵ ਜੈਨੀ। ਜੈਨੀਆਂ ਦੇ ਸੁਧ, ਸੁਧ ਸੁਚਤਾ ਰੱਖਣ ਵਾਲੇ, ਭਾਵ ਵੈਸ਼ਨਵ। ਜਿਹੜੇ ਵੈਸ਼ਨਵ ਨੇ ਇਸ ਬਾਹਰਲੀ ਸੁਚਤਾ ਨੂੰ ਬਹੁਤ ਇਹਦਾ ਧਿਆਨ ਰੱਖਦੇ ਨੇ, ਬਾਹਰਲੀ ਸੁਚਤਾ ਨੂੰ ਮਹਾਨਤਾ ਦਿੰਦੇ ਨੇ। ਸਰਾਵਗ ਜੈਨੀ, ਸੁਧ ਵੈਸ਼ਨਵ, ਸਮੂਹ ਸਾਰੇ, ਸਿਧਾਨ। ਸਿੱਧ ਦਾ ਬਹੁਵਚਨ ਹੈ ਸਿਧਾਨ। ਸਿੱਧ ਉਹ ਹੁੰਦਾ ਜਿਹਨੂੰ ਕੋਈ ਨਾ ਕੋਈ ਸਿੱਧੀ ਪ੍ਰਾਪਤ ਹੋ ਗਈ ਹੋਵੇ। 18 ਸਿੱਧੀਆਂ ਨੇ, ਜਿਹਨੂੰ ਕੋਈ ਸਿੱਧੀ ਪ੍ਰਾਪਤ ਹੋ ਜੇ ਉਹ ਕਹਿੰਦੇ ਨੇ ਸਿੱਧ ਪੁਰਸ਼ ਹੈ। ਸਿੱਧ ਦਾ ਬਹੁਵਚਨ ਹੈ ਸਿਧਾਨ, ਭਾਵ ਸਿੱਧ ਮਹਾਂਪੁਰਸ਼। ਕੇ ਮੈਨੇ ਦੇ, ਦੇਖ ਰਹਿਓ ਘਰ, ਦੇਖ ਫਿਰਿਓ ਘਰ। ਘਰ ਦਾ ਮਤਲਬ ਇੱਥੇ ਡੇਰੇ, ਕਿਉਂਕਿ ਇਹਨਾਂ ਨੇ ਆਪਣੇ ਡੇਰੇ ਬਣਾਏ ਹੁੰਦੇ ਨੇ। ਸਾਧੂਆਂ ਨੇ ਆਮ ਤੌਰ 'ਤੇ ਡੇਰੇ ਬਣਾਏ ਹੁੰਦੇ ਨੇ, ਕਿਉਂਕਿ ਜਿਹੜਾ ਸਾਧੂ ਦੇ ਗ੍ਰਸਥੀ ਹੈ, ਵਿਆਹ ਸ਼ਾਦੀ ਕੀਤੀ ਹੈ, ਉਹ ਤਾਂ ਆਪਣੇ ਪਰਿਵਾਰ 'ਚ ਰਹਿੰਦਾ ਹੈ। ਜਿਹਨੇ ਵਿਆਹ ਨਹੀਂ ਕਰਾਇਆ ਹੁੰਦਾ ਫਿਰ ਆਪਣੇ ਪਰਿਵਾਰ 'ਚ ਨਹੀਂ ਰਹਿੰਦਾ। ਉਹ ਫਿਰ ਜਾ ਕੇ ਜਾਂ ਤਾਂ ਆਪਣਾ ਡੇਰਾ ਵਸਾ ਲੈਂਦਾ, ਜਾਂ ਫਿਰ ਕਿਸੇ ਦੇ ਡੇਰੇ 'ਤੇ ਜਾ ਕੇ ਰਹਿੰਦਾ ਹੈ। ਪਰਿਵਾਰਾਂ 'ਚ ਰਹਿ ਕੇ, ਗ੍ਰਸਤੀਆਂ 'ਚ ਰਹਿ ਕੇ ਕੁਆਰੇ ਰਹਿਣਾ, ਛੜੇ ਰਹਿਣਾ, ਬੇਹੰਗਮ ਰਹਿਣਾ ਔਖਾ ਹੁੰਦਾ ਹੈ।
ਮੰਨ ਲਓ ਕੋਈ ਬੱਚਾ ਤੁਹਾਡਾ ਫੈਸਲਾ ਕਰ ਲੈ ਮੈਂ ਨਹੀਂ ਸ਼ਾਦੀ ਕਰਾਉਣੀ, ਤਾਂ ਪਰਿਵਾਰ ਦੇ ਜੀਅ ਉਹਨੂੰ ਟਿਕਣ ਨਹੀਂ ਦੇਣਗੇ। ਉਹ ਕਰਾ ਲੈ ਸ਼ਾਦੀ, ਸਾਰੀ ਦੁਨੀਆ ਕਰਾਉਂਦੀ ਹੈ, ਤੂੰ ਕਿਉਂ ਨਹੀਂ ਕਰਾਉਂਦਾ ਹੈ, ਬਾਅਦ 'ਚ ਪਛਤਾਏਗਾ, ਤੈਨੂੰ ਮਗਰੋਂ ਕੌਣ ਪਾਲੇਗਾ, ਐ ਫਿਰ ਕਹੀ ਜਾਂਦੇ ਨੇ। ਇਸ ਲਈ ਜਿਸ ਨੇ ਵਿਹੰਗਮ ਰਹਿਣਾ ਹੈ, ਕੁਆਰੇ ਰਹਿਣਾ ਹੁੰਦਾ ਹੈ, ਉਹ ਫਿਰ ਘਰਾਂ 'ਚ ਨਹੀਂ ਰਹਿ ਸਕਦੇ ਹੁੰਦੇ, ਕਿਉਂਕਿ ਫਿਰ ਘਰ ਦੇ ਜੀਅ, ਦੋਸਤ ਮਿੱਤਰ, ਰਿਸ਼ਤੇਦਾਰ ਕਹੀ ਜਾਂਦੇ ਨੇ। ਇਸ ਲਈ ਉਹਨਾਂ ਕਰਨੀ ਦੀ ਭਜਨ ਬੰਦਗੀ, ਉਹ ਫਿਰ ਡੇਰਿਆਂ 'ਤੇ ਚਲੇ ਜਾਂਦੇ ਨੇ। ਉਹਨੂੰ ਇਸ ਲਿਖਿਆ ਘਰ ਜੋਗ ਮੈਨੇ ਜੋਗੀ, ਜਤੀ ਮੈਨੇ ਬ੍ਰਹਮਚਾਰੀ। 10ਵਾਂ ਪਾਤਸ਼ਾਹ ਕਹਿੰਦੇ ਅਸੀਂ ਸ਼ਰਾਵਕ ਭਾਵ ਜੈਨੀਆਂ ਦੇ, ਸੁਧ ਭਾਵ ਵੈਸ਼ਨਵਾਂ ਦੇ, ਸਮੂਹ ਸਾਰੇ ਸਿਧਾਨ ਸਿੱਧਾਂ ਦੇ, ਜੋਗ ਜੋਗੀਆਂ ਦੇ, ਜਤੀ ਜਤੀਆਂ ਦੇ, ਬ੍ਰਹਮਚਾਰੀਆਂ ਦੇ, ਕਹਿੰਦੇ ਡੇਰੇ ਫਿਰ ਕੇ ਵੇਖ ਲਏ ਹਨ। ਸਾਰੇ ਡੇਰਿਆਂ ਤੁਸੀਂ ਜਾ ਕੇ ਦੇਖਿਆ, ਜੈਨੀਆਂ ਦੇ ਡੇਰਿਆਂ 'ਤੇ ਗਏ, ਵੈਸ਼ਨਵਾਂ ਦੇ ਡੇਰਿਆਂ 'ਤੇ ਗਏ, ਸਿੱਧਾਂ ਦੇ ਡੇਰਿਆਂ 'ਤੇ ਗਏ। ਗੁਰੂ ਨਾਨਕ ਦੇਵ ਸਿੱਧਾਂ ਕੋਲੇ ਗਏ ਸਨ, ਸਿੱਧਾਂ ਦੇ ਡੇਰਿਆਂ 'ਤੇ ਗਏ, ਜੋਗੀਆਂ ਦੇ ਡੇਰਿਆਂ 'ਤੇ ਗਏ, ਜਤੀਆਂ ਦੇ ਡੇਰਿਆਂ 'ਤੇ ਗਏ ਸੀ। ਕਿ ਸਾਰਿਆਂ ਨੂੰ ਵੇਖਿਆ। ਸੂਰ ਸੁਰਾਰਦਨ ਸੁਧ ਸੁਧਾਇਕ, ਸੂਰ ਸੂਰਬੀਰ ਨੂੰ ਕਹਿੰਦੇ ਨੇ, ਬਹਾਦਰ ਨੂੰ ਕਹਿੰਦੇ ਨੇ ਸੂਰ। ਇੱਕ ਗਲੀਆਂ ਵਾਲਾ ਸੂਰ ਹੁੰਦਾ ਹੈ। ਗੁਰਬਾਣੀ ਦੇ ਵਿੱਚ ਜਿਹੜਾ ਗਲੀਆਂ ਵਾਲਾ ਸੂਰ ਹੈ ਨਾ, ਉਹਦੇ ਸਪੈਲਿੰਗ ਨੇ ਸੱਸੇ ਨੂੰ ਦਲੈਂਕੜ ਆੜਾ ਰਾਰਾ ਸੂਰ, ਉਹਦੇ ਸਪੈਲਿੰਗ ਨੇ ਸੂਰ। ਇੱਥੇ ਸੂਰ ਪਾ ਬਹਾਦਰ। ਸੁਰਾਰਦਨ, ਸੁਰਾਰਦਨ ਕਹਿੰਦੇ ਰਾਖਸ਼, ਜਿਹਨੂੰ ਦੈਂਤ ਵੀ ਕਹਿੰਦੇ ਨੇ, ਹਿੰਦੀ ਵਾਲੇ ਕਹਿੰਦੇ ਰਾਖਸ਼, ਆਪਾਂ ਪੰਜਾਬੀ ਕਹਿੰਦੇ ਦੈਂਤ, ਸੰਸਕ੍ਰਿਤ ਦੇ ਦੈਤਯ। ਸੋ ਕਹਿੰਦੇ ਅਸੀਂ ਬਹਾਦਰ ਵੇਖੇ, ਸੁਰਾਰਦਨ ਰਾਖਸ਼ ਵੇਖੇ, ਸੁਧ ਪਵਿੱਤਰ ਸੁਧਾਦਿਕ ਅੰਮ੍ਰਿਤ ਪੀਣ ਵਾਲੇ ਦੇਵਤੇ ਅਤੇ ਪਵਿੱਤਰ ਅੰਮ੍ਰਿਤ ਪੀਣ ਵਾਲੇ ਦੇਵਤੇ ਦੇਖੇ। ਅਸੀਂ ਬਹਾਦਰ ਦੇਖੇ, ਸੁਰਾਰਦਨ ਦੈਂਤ ਵੇਖੇ, ਸੁਧ ਸੁਧਾਦਿਕ ਪਵਿੱਤਰ ਅੰਮ੍ਰਿਤ ਪੀਣ ਵਾਲੇ ਦੇਵਤੇ ਦੇਖੇ, ਸੰਤ ਸਮੂਹ ਅਨੇਕ ਮਤੀ ਕੇ ਅਤੇ ਅਨੇਕਾਂ ਮਤਾਂ ਦੇ ਸੰਤ ਦੇਖੇ। ਇੱਕ ਮਤ ਨੇ, ਅਨੇਕਾਂ ਮਤਾਂ ਦੇ, ਕੋਈ ਜੈਨੀ, ਕੋਈ ਬੋਧੀ, ਕੋਈ ਹਿੰਦੂ, ਕੋਈ ਜੋਗੀ, ਕੋਈ ਇਸ ਤਰ੍ਹਾਂ ਸਾਰੇ ਮਤਾਂ ਦੇ ਕਹਿੰਦੇ ਸੀ ਸੰਤ ਦੇਖੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਸਾਰੇ ਹੀ ਦੇਸ਼ ਦੇ ਜਿੰਨੇ ਵੀ ਮਤ ਸਨ ਉਹ ਅਸੀਂ ਸਾਰੇ ਦੇਖੇ। ਕੋ ਨਾ ਦੇਖੀਏ ਤੇ ਪ੍ਰਾਣਪਤੀ ਕੇ, ਪਰ ਇਹਨਾਂ 'ਚ ਅਸੀਂ ਕੋਈ ਵੀ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਨਹੀਂ ਦੇਖਿਆ। ਇਹਨਾਂ 'ਚ ਕਹਿੰਦੇ ਸੀ ਦੇਖੋ ਕਿੰਨੇ ਦੇਖੇ, ਜੈਨ ਧਰਮ ਨੂੰ ਮੰਨਣ ਵਾਲੇ, ਵੈਸ਼ਨਵ ਧਰਮ ਨੂੰ ਮੰਨਣ ਵਾਲੇ, ਜਿਹੜੇ ਸਿੱਧ ਪੁਰਸ਼ ਨੇ ਉਹ ਜੋਗੀ, ਜਤੀ, ਸੂਰਬੀਰ, ਦੈਂਤ, ਅੰਮ੍ਰਿਤ ਪੀਣ ਵਾਲੇ ਦੇਵਤੇ, ਅਨੇਕਾਂ ਮਤਾਂ ਦੇ ਸੰਤ, ਸਾਰੇ ਕਹਿੰਦੇ ਅਸੀਂ ਦੇਸ਼ਾਂ ਦੇ ਮਤ ਦੇਖੇ। ਕੋ ਨਾ ਦੇਖੀਏ ਤਾਂ ਪ੍ਰਾਣਪਤੀ ਕੇ, ਪਰ ਸਾਨੂੰ ਤਾਂ ਕੋਈ ਵੀ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਨਹੀਂ ਦੇਖਿਆ। ਇਹ ਬਾਹਰਲੀ ਸੁਚਤਾ 'ਚ, ਬਾਹਰਲੇ ਕਰਮ ਕਾਂਡਾਂ 'ਚ ਹੀ ਪੈ ਰਹੇ, ਪਰਮਾਤਮਾ ਨੂੰ ਨਹੀਂ ਪਿਆਰ ਕੀਤਾ। ਜਿਵੇਂ ਕੋਈ ਰੱਬ ਨੂੰ ਤਾਂ ਪਿਆਰ ਨਾ ਕਰੇ ਅਤੇ ਜਾਈਏ ਤੀਰਥ ਇਸ਼ਨਾਨਾਂ 'ਤੇ, ਤੀਰਥ ਇਸ਼ਨਾਨ 'ਤੇ ਗਏ। ਤੀਸਰੇ ਪਾਤਸ਼ਾਹ ਬਣਨ ਤੋਂ ਪਹਿਲਾਂ 20 ਵਾਰ 20 ਸਾਲ ਤੀਰਥ ਇਸ਼ਨਾਨ ਹੀ ਕਰਨ ਜਾਂਦੇ ਰਹੇ। ਇਹ ਪਤਾ ਹੀ ਨਹੀਂ ਸੀ ਕਿ ਪਰਮਾਤਮਾ ਦੀ ਪ੍ਰਾਪਤੀ ਦੇ ਨਾਮ ਜਪਣ ਨਾਲ ਹੋਣੀ ਹੈ, ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਨਹੀਂ ਹੋਣੀ। ਇਸ ਕਰਕੇ ਉਹ ਜਿਵੇਂ ਉਹਨਾਂ ਨੇ ਸੁਣਿਆ ਸੀ, ਜਿਵੇਂ ਦੇਖਿਆ ਸੀ, ਉਵੇਂ ਕਰਦੇ ਰਹੇ। ਜਦੋਂ ਫਿਰ ਪਤਾ ਲੱਗਾ
ਕਿ ਪਰਮਾਤਮਾ ਦੀ ਪ੍ਰਾਪਤੀ ਤੇ ਗੁਰੂ ਤੋਂ ਹੁੰਦੀ ਹੈ। ਫਿਰ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਧਾਰਨ ਕੀਤਾ, ਫਿਰ ਜਾ ਕੇ ਗੱਲ ਬਣੀ। ਇਸ ਲਈ ਜਿਨ੍ਹਾਂ ਦਾ ਵਰਣਨ ਕੀਤਾ, ਕਹਿੰਦੇ ਸਾਰੇ ਬਾਹਰਲੀ ਸੁਚਤਾ ਤੇ ਇਹ ਅੰਦਰੋਂ ਰੱਬ ਨੂੰ ਪਿਆਰ ਨਹੀਂ ਕਰਦੇ, ਇਹ ਰਿੱਧੀਆਂ ਸਿੱਧੀਆਂ ਦੇ ਚੱਕਰਾਂ 'ਚ ਪਏ ਰਹਿੰਦੇ ਹਨ, ਦੂਜਿਆਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਨਹੀਂ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਗਏ। ਪਰ ਪਰਮਾਤਮਾ ਦੇ ਵਿੱਚ ਸ਼ਰਧਾ ਪਾਏ ਹੁੰਦੀ, ਸ਼ਰਧਾ ਪਰਮਾਤਮਾ ਦੇ ਵਿੱਚ ਸ਼ਰਧਾ ਤੋਂ ਬਿਨਾਂ ਕਿਰਪਾ, ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਰਤੀ, ਪਰਮਾਤਮਾ ਦੇ ਪਿਆਰ ਤੋਂ ਬਿਨਾਂ ਏਕ ਰਤੀ ਗਏ। ਇਹਨਾਂ ਦੀ ਕੀਮਤ ਸਿਰਫ ਇੱਕ ਰਤੀ ਹੈ, ਇੱਕ ਕੌਡੀ ਦੇ ਬਰਾਬਰ ਹੈ। ਸੋ ਸਿੱਖ ਧਰਮ ਇਹ ਕਹਿੰਦਾ ਹੈ ਕਿ ਸਭ ਤੋਂ ਮਹਾਨ ਜਿਹੜੀ ਚੀਜ਼ ਹੈ, ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ, ਉਹ ਹੈ ਪਰਮਾਤਮਾ ਨੂੰ ਪਿਆਰ ਕਰਨਾ। ਇਹ ਨਾ ਹੋਵੇ ਕਿ ਤੁਸੀਂ ਬਾਹਰਲੀ ਸੁਚਤਾ, ਬਾਹਰ ਹੀ ਸਾਰਾ ਖਿਆਲ ਰੱਖਦੇ ਰਹੋ ਸਾਰੀ ਉਮਰ। ਜਿਵੇਂ ਗੁਰੂ ਮਹਾਰਾਜ ਕੋਲੇ ਇੱਕ ਜਿਹੜਾ ਸਾਧੂ ਆ ਗਿਆ ਹੈ, ਗੁਰੂ ਮਹਾਰਾਜ ਕੇ ਮਹਾਤਮਾ ਜੀ ਲੰਗਰ ਛਕ ਲਓ। ਨਾ ਜੀ, ਕਹਿੰਦਾ ਅਸੀਂ ਤਾਂ ਆਪਣਾ ਬਣਾ ਕੇ ਛਕਦੇ। ਕਹਿੰਦੇ ਭਾਈ ਇਹਨੂੰ ਸਿੱਧਾ ਦੇ ਦਿਓ, ਜਿਹੜਾ ਸੁੱਕਾ ਭੋਜਨ ਹੁੰਦਾ ਰਸਦ, ਕਹਿੰਦਾ ਸਿੱਧਾ, ਇਹਨੂੰ ਸਿੱਧਾ ਦੇ ਦਿਓ, ਬਣਾ ਲਏਗਾ। ਉਹਦੇ ਉਹ ਖੁਰਪਾ ਸੀ, ਹੁਣ ਚੁੱਲ੍ਹਾ ਬਣਾਉਣਾ, ਇੱਕ ਥਾਂ 'ਤੇ ਖੁਰਪੇ ਨਾਲ ਟੋਇਆ ਪੁੱਟਿਆ, ਉਹ ਹੇਠੋਂ ਹੱਡੀਆਂ ਨਿਕਲ ਆਈਆਂ। ਕਦੋਂ ਹੋ ਇਹ ਤਾਂ ਧਰਤੀ ਠੀਕ ਨਹੀਂ ਹੈ, ਅਪਵਿੱਤਰ ਹੈ। ਹੋਰ ਥਾਂ 'ਤੇ ਗਿਆ, ਉੱਥੇ ਚੁੱਲ੍ਹਾ ਪੁੱਟਿਆ, ਉੱਥੇ ਹੇਠੋਂ ਹੱਡੀਆਂ ਨਿਕਲ ਆਈਆਂ। ਹੋਰ ਥਾਂ 'ਤੇ ਪੁੱਟਿਆ, ਉੱਥੋਂ ਵੀ ਹੱਡੀਆਂ ਨਿਕਲ ਆਈਆਂ। ਹੋਰ ਥਾਂ 'ਤੇ ਪੁੱਟਿਆ, ਉੱਥੋਂ ਵੀ ਤਾਂ ਹੱਡੀਆਂ ਨਿਕਲ ਆਈਆਂ। ਅਖੀਰ ਤੇ ਗੁਰੂ ਮਹਾਰਾਜ ਕੋਲ ਆ ਗਿਆ। ਗੁਰੂ ਮਹਾਤਮਾ ਜੀ, ਕਿੰਨਾ ਚੱਕਰਾਂ 'ਚ ਤੁਸੀਂ ਪਏ ਹੋਏ ਹੋ। ਆਟਾ ਵੀ ਸਾਡਾ, ਦਾਲ ਵੀ ਸਾਡੀ, ਘਿਓ ਵੀ ਸਾਡਾ, ਲੂਣ ਮਿਰਚਾਂ ਵੀ ਸਾਡੀਆਂ, ਤੁਹਾਡੇ ਬਣਾਉਣ ਨਾਲ ਕੀ ਫਰਕ ਪੈ ਜਾਏਗਾ। ਉਹ ਕਿ ਲੰਗਰ ਚੱਲ ਰਿਹਾ, ਚੁੱਪ ਕਰਕੇ ਛਕ ਲਓ। ਅਤੇ ਫਿਰ ਉਹਨੇ ਲੰਗਰ ਛਕਿਆ। ਸੋ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਧਰਮ ਨੂੰ ਛੱਡ ਕੇ ਹੋਰ ਕੰਮਾਂ 'ਚ ਪਏ ਹੋਏ ਹਨ। ਧਰਮ ਦੇ ਗੱਲਾਂ ਹੀ ਦੋ, ਕਹਿੰਦਾ ਵੀ ਸ਼ੁਭ ਕੰਮ ਕਰੋ ਅਤੇ ਨਾਮ ਜਪੋ, ਬਸ। ਹੁਣ ਮੈਨੂੰ ਕੋਈ ਪੁੱਛੇ ਵੀ ਬਾਬਾ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਸਾਰ ਸਿਰਫ ਇੱਕ ਲਾਈਨ ਵਿੱਚ ਦੱਸੋ, ਤਾਂ ਮੈਂ ਕਹਾਂਗਾ ਸ਼ੁਭ ਕਰਮ ਕਰੋ, ਨਾਮ ਜਪੋ, ਬਸ। ਬਾਕੀ ਤਾਂ ਸਾਰੀ ਵਿਆਖਿਆ, ਇਹ ਦੋ ਗੱਲਾਂ ਨੂੰ ਦੀ ਹੀ ਵਿਆਖਿਆ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਇਹ ਸੌਖਾ ਜਿਹਾ ਕੰਮ ਹੈ ਕਿ ਭਾਈ ਸ਼ੁਭ ਕਰਮ ਕਰੋ, ਨਾਮ ਜਪੋ। ਹੁਣ ਜੇ ਅਸੀਂ ਇਹ ਕੰਮ ਨਹੀਂ ਕਰਾਂਗੇ, ਹੋਰਾਂ 'ਚ ਫਸੇ ਰਹਾਂਗੇ, ਤਾਂ ਫਿਰ ਨਹੀਂ ਗੱਲ ਬਣਦੀ। ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਦੋ ਗੱਲਾਂ ਨਾਲ ਹੀ ਹੋਣੀ ਹੈ। ਸ਼ੁਭ ਕਰਮ ਕਰਨੇ, ਸਭ ਤੋਂ ਭਜਨ ਬੰਦਗੀ ਕਰਨ ਤੋਂ ਪਹਿਲਾਂ ਸ਼ੁਭ ਕਰਮ ਜ਼ਰੂਰੀ ਨੇ। ਜੇ ਕਰਮ ਹੀ ਠੀਕ ਨਹੀਂ ਤਾਂ ਭਜਨ ਬੰਦਗੀ ਨੂੰ ਫਲ ਨਹੀਂ ਲੱਗਿਆ ਕਰਦਾ। ਅਗਰ ਕਰਮ ਹੀ ਠੀਕ ਨਹੀਂ ਤਾਂ ਚਾਹੇ 10 ਜਨਮ ਭਜਨ ਬੰਦਗੀ ਕਰਦੇ ਰਹੋ, ਨਹੀਂ ਗੱਲ ਬਣੇਗੀ। ਕਰਮ ਸ਼ੁਭ ਕਰਨੇ ਅਤੇ ਫਿਰ ਨਾਮ ਜਪਣੇ। ਹੁਣ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਕੋਲੇ ਗਏ, ਉਹਨੂੰ ਗੁਰਮੰਤਰ ਦੇ ਸਕਦੇ ਸਨ ਵੀ ਭਾਈ ਆ ਜਪ ਕਰਿਆ ਕਰ, ਪਰ ਨਹੀਂ। ਉਹਨਾਂ ਨੂੰ ਪਤਾ ਸੀ ਠੱਗ ਹੈ, ਜੇ ਇਹਨੂੰ ਮੈਂ ਗੁਰਮੰਤਰ ਦਿੱਤਾ ਤਾਂ ਉਸ ਨੂੰ ਫਲ ਨਹੀਂ ਲੱਗਣਾ, ਕਿ ਜੋ ਭਜਨ ਬੰਦਗੀ ਕਰੇਗਾ ਨਾਲੇ ਠੱਗੀ ਕਰੇਗਾ, ਉਹ ਭਜਨ ਬੰਦਗੀ ਠੱਗੀ 'ਚ ਖਤਮ ਹੋ ਜਾਏਗੀ। ਇਸ ਲਈ ਗੁਰੂ ਮਹਾਰਾਜ ਨੇ ਪਹਿਲਾਂ ਉਹਨੂੰ ਠੱਗੀ ਕਰਨ ਤੋਂ ਹਟਾਇਆ। ਜਦੋਂ ਉਹਨੇ ਠੱਗੀਆਂ ਛੱਡਤੀਆਂ, ਫਿਰ ਉਸ ਨੂੰ ਗੁਰਮੰਤਰ ਦਿੱਤਾ ਕਿ ਹੁਣ ਜਿਹੜਾ ਹੈ ਇਹ ਗੁਰਮੰਤਰ ਫਲੀਭੂਤ ਹੋਵੇਗਾ, ਇਹਨੂੰ ਫਲ ਲੱਗੇਗਾ। ਜੇ ਮੰਨ ਲਓ ਤੁਸੀਂ ਫਸਲ ਬੀਜ ਲਓ, ਫਸਲ ਬਹੁਤ ਵੱਡੀ ਹੋ ਜਾਏ, ਪਰ ਉਹਨੂੰ ਸਿੱਟੇ ਨਾ ਲੱਗਣ, ਉਹਨੂੰ ਅੱਗੇ ਦਾਣੇ ਨਾ ਲੱਗਣ,
ਅਤੇ ਫਿਰ ਉਸ ਫਸਲ ਦਾ ਤੁਸੀਂ ਕੀ ਕਰੋਗੇ? ਐਵੇਂ ਗਈ ਨਾ ਮਿਹਨਤ। ਆ ਕਈਆਂ ਨੇ ਚੌਲਾਂ ਦੀ ਸਿੱਧੀ ਬਿਜਾਈ ਕੀਤੀ ਸੀ ਜੀਰੀ ਦੀ, ਉਹ ਜੀਰੀ ਹੋ ਗਈ, ਉਹ ਚੂਹੇ ਖਾ ਗਏ, ਸੁੱਕੀ ਸੀ ਨਾ, ਚੂਹੇ ਖਾ ਗਏ। ਉਹਨਾਂ ਵਿਚਾਰਿਆਂ ਨੇ ਫਿਰ ਦੁਬਾਰਾ ਵਾਹ ਕੇ ਉਹ ਦੂਜੀ ਤਰ੍ਹਾਂ ਚੌਲ ਬੀਜੇ। ਮਿਹਨਤ ਗਈ ਨਾ ਐਵੇਂ। ਸੋ ਇਹ ਨਾ ਹੋਵੇ ਕਿ ਅਸੀਂ ਸਾਰੀ ਉਮਰ ਭਜਨ ਬੰਦਗੀ ਕਰਦੇ ਰਹੀਏ ਅਤੇ ਢੰਗ ਤਰੀਕਾ ਸਾਡਾ ਠੀਕ ਨਾ ਹੋਵੇ ਅਤੇ ਫਿਰ ਸਾਡੀ ਮਿਹਨਤ ਐਵੇਂ ਅਜਾਈ ਚਲੀ ਜਾਵੇ। ਸੋ ਸ਼ੁਭ ਕਰਮ ਕਰਨੇ ਨੇ ਅਤੇ ਨਾਮ ਜਪਣਾ। ਬਸ ਆਪਣਾ ਕਿਰਤ ਕਰੋ, ਪਰਿਵਾਰ ਪਾਲ ਲਓ, ਔਖੇ ਹੋਣ ਦੀ ਲੋੜ ਕੋਈ ਨਹੀਂ। ਅਸੀਂ ਗ੍ਰਸਤੀ ਬੰਦੇ ਹਾਂ, ਆਪਣੇ ਪਰਿਵਾਰ ਨੂੰ ਪਾਲਣਾ ਹੈ ਤਾਂ ਸਾਨੂੰ ਉਹਦੀ ਕਿਰਤ ਕਰੋ, ਨਾਲ ਸ਼ੁਭ ਕਰਮ ਕਰੋ, ਨਾਮ ਜਪੋ। ਬਸ ਤਾਂ ਗੁਰੂ ਮਹਾਰਾਜ ਨੇ ਸਾਰਾ ਦੱਸਿਆ ਦਸਵੇਂ ਪਾਤਸ਼ਾਹ ਨੇ ਕਿ ਅਸੀਂ ਜੈਨੀਆਂ ਦੇ, ਸੁਧ ਵੈਸ਼ਨਵਾਂ ਦੇ, ਸਿਧਾਨ ਸਿੱਧਾਂ ਦੇ, ਜੋਗ ਜੋਗੀਆਂ ਦੇ, ਜਤੀ ਜਤੀਆਂ ਦੇ, ਬ੍ਰਹਮਚਾਰੀਆਂ ਦੇ ਡੇਰਿਆਂ 'ਤੇ ਜਾ ਕੇ ਦੇਖਿਆ ਇਹਨਾਂ ਨੂੰ। ਇਹਨੂੰ ਦੇਖਿਆ ਵੀ ਕੀ ਕਰਦੇ ਕੀ ਨੇ। ਸੂਰ ਬਹਾਦਰ ਜਿਹੜੇ ਆਪਣੇ ਆਪ ਬੜੇ ਬਹਾਦਰ ਕਹਿੰਦੇ ਸਨ, ਬੜੇ ਬਹਾਦਰ, ਉਹਨਾਂ ਨੂੰ ਮਿਲੇ। ਸੁਰਾਰਦਨ ਜਿਹਨਾਂ ਦਾ ਸੁਭਾਅ ਰਾਖਸ਼ਾਂ ਵਾਲਾ ਸੀ, ਦੂਜਿਆਂ ਨੂੰ ਮਾਰਨਾ, ਤੰਗ ਕਰਨਾ, ਉਹ ਦੇਖੇ। ਸੁੱਧ ਸੁਧਾਦਿਕ ਪਵਿੱਤਰ ਅੰਮ੍ਰਿਤ ਪੀਣ ਵਾਲੇ ਦੇਵਤੇ ਦੇਖੇ। ਸੰਤ ਸਮੂਹ ਅਨੇਕ ਮਤੀ ਕੇ ਅਤੇ ਕਈ ਮਤਾਂ ਦੇ ਅਸੀਂ ਸੰਤ ਦੇਖੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਅਸੀਂ ਸਾਰੇ ਦੇਸ਼ ਦੇ ਮਤਾਂ ਨੂੰ ਦੇਖਿਆ ਵੀ ਇਹ ਅੱਡ ਅੱਡ ਮਤਾਂ ਦੇ ਲੋਕ ਨੇ, ਸਾਰੇ ਮਤ ਦੇਖੇ। ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਪਰ ਸਾਨੂੰ ਤਾਂ ਕੋਈ ਵੀ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਨਹੀਂ ਮਿਲਿਆ, ਕੋਈ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਨਹੀਂ ਮਿਲਿਆ। ਹੁਣ ਦੇਖੋ ਐਡੇ ਵੱਡੇ ਵੱਡੇ ਯੋਗੀ, ਕੈਲਾਸ਼ ਪਰਬਤ 'ਤੇ ਰਹਿਣ ਵਾਲੇ ਸਿੱਧ, ਗੁਰੂ ਨਾਨਕ ਦੇਵ ਜੀ ਗਏ, ਦੇਖਿਆ ਵੀ ਤਾਂ ਬਸ ਕਰਾਮਾਤਾਂ ਵਿਖਾਉਣ 'ਚ ਹੀ ਲੱਗੇ ਹੋਏ ਹਨ ਵੀ ਇਹ ਪਰਮਾਤਮਾ ਦੀ ਪ੍ਰਾਪਤੀ ਦਾ ਇਹਨਾਂ ਦਾ ਉਦੇਸ਼ ਹੀ ਨਹੀਂ ਹੈ। ਇਹਨਾਂ ਦੇ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਤਾਂ ਹੈ ਨਹੀਂ। ਇਹ ਤਾਂ ਰਿੱਧੀਆਂ ਸਿੱਧੀਆਂ ਵਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਅਤੇ ਆਪਣੇ ਖਾਣ ਪੀਣ ਦਾ ਜੁਗਾੜ ਬਣਾਇਆ ਹੋਇਆ ਹੈ। ਘਰ ਬਾਰ ਵੀ ਛੱਡਿਆ, ਪਹਾੜਾਂ 'ਤੇ ਰਹੇ, ਠੰਡ 'ਚ ਰਹੇ, ਜੜੀਆਂ ਬੂਟੀਆਂ ਖਾ ਕੇ ਗੁਜ਼ਾਰੇ ਕੀਤੇ। ਪਰ ਜਿਸ ਕੰਮ ਲਈ ਘਰ ਛੱਡਿਆ ਸੀ ਉਹ ਕੰਮ ਤਾਂ ਕੀਤਾ ਨਾ, ਰਿੱਧੀਆਂ ਸਿੱਧੀਆਂ ਚੱਕਰਾਂ 'ਚ ਹੀ ਪੈ ਗਏ, ਪਰਮਾਤਮਾ ਦੀ ਪ੍ਰਾਪਤੀ ਹੀ ਨਾ ਹੋਈ। ਸੋ ਜੋ ਪਹਿਲਾ ਇਹ ਸਵਈਆ ਹੈ ਉਹਦਾ ਇਹਦਾ ਤੱਤ ਸਾਰ ਆਹੀ ਹੈ ਕਿ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰੱਤੀ ਬਿਨ ਏਕ ਰੱਤੀ ਕੇ, ਕਿ ਜਿੰਨਾ ਚਿਰ ਪਰਮਾਤਮਾ ਦੀ ਕਿਸੇ ਦੀ ਸ਼ਰਧਾ ਨਹੀਂ ਹੈ, ਜਿੰਨਾ ਚਿਰ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ, ਜਿੰਨਾ ਚਿਰ ਮਨੁੱਖ ਪਰਮਾਤਮਾ ਨੂੰ ਰੱਤੀ ਹੁੰਦਾ ਪ੍ਰੀਤੀ, ਜਿੰਨਾ ਚਿਰ ਮਨੁੱਖ ਪਰਮਾਤਮਾ ਨੂੰ ਪਿਆਰ ਨਹੀਂ ਕਰਦਾ, ਇਸ ਮਨੁੱਖ ਦੀ ਕੀਮਤ ਏਕ ਰੱਤੀ ਗਏ, ਇੱਕ ਰੱਤੀ ਦੇ ਬਰਾਬਰ ਹੈ, ਪਰ ਇਹਦੀ ਕੀਮਤ ਇੱਕ ਕੌਡੀ ਦੇ ਬਰਾਬਰ ਹੈ। ਕੀਮਤ ਸਾਰੀ ਪਰਮਾਤਮਾ ਨੂੰ ਪਿਆਰ ਕਰਨ ਦੀ ਹੈ। ਉਹਨਾਂ ਨੇ ਜੇ ਕਾਲੇ ਅਗਲੇ ਸਵਈਆਂ ਦੱਸਣਗੇ, ਸਾਚ ਕਹੂੰ ਸੁਣ ਲਿਓ ਸਭੈ, ਤਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਕਹਿੰਦੇ ਮੈਂ ਸੱਚ ਕਹਿਣਾ। ਦੇਖੋ ਉਹੀ ਤਾਂ ਗੁਰੂ ਮਹਾਰਾਜ ਸੱਚ ਹੀ ਕਹਿੰਦੇ ਨੇ, ਪਰ ਦੇਖੋ ਉਹਨਾਂ ਨੂੰ ਕਹਿਣਾ ਪਿਆ ਮੈਂ ਸੱਚ ਕਹਿਣਾ ਵੀ ਹੋ ਸਕਦਾ ਕਿਤੇ ਐਵੇਂ ਹੀ ਨਾ ਮੰਨ ਲੈਣ ਵੀ ਪਤਾ ਨਹੀਂ ਉਂਝ ਹੀ ਕਹੀ ਜਾਂਦੇ ਨੇ। ਵੀ ਸਮਾਂ ਪਾ ਕੇ ਤੇ ਕਿਤੇ ਸਿੱਖ ਐਂ ਨਾ ਸਮਝ ਵੀ ਗੁਰੂ ਮਹਾਰਾਜ ਉਂਝ ਹੀ ਕਹੀ ਜਾਂਦੇ ਨੇ। ਉਹਨਾਂ ਨੂੰ ਕਹਿਣਾ ਪਿਆ ਭਵਿੱਖ ਨੂੰ ਵੇਖ ਕੇ ਵੀ ਇੱਕ ਐਸਾ ਸਮਾਂ ਆ ਸਕਦਾ ਜਦੋਂ ਸਿੱਖ ਕਹਿਣਾ ਹੀ ਹੈ ਤਾਂ ਗੁਰੂ ਮਹਾਰਾਜ ਨੇ ਵੈਸੇ ਹੀ ਕਹਤਾ ਹੋਣਾ। ਤਾਂ ਉਹਨੇ ਕਿਹਾ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਕਹਿੰਦੇ ਮੈਂ ਸੱਚ ਕਹਿਣਾ, ਸਾਰੇ ਸੁਣ ਲਓ, ਜਿਨ੍ਹਾਂ ਨੇ ਪਰਮਾਤਮਾ ਨੂੰ ਪਿਆਰ ਕੀਤਾ ਸਿਰਫ ਉਹਨਾਂ ਨੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ। ਇਸ ਲਈ ਕਹਿੰਦੇ ਆਹ ਸਾਰਾ ਕੀਤਾ ਇਹਨਾਂ ਲੋਕਾਂ ਨੂੰ, ਸਾਰਾ ਕੁਛ ਇਹਨਾਂ ਲੋਕਾਂ ਨੇ ਕੀਤਾ, ਪਰ ਰੱਬ ਨੂੰ ਪਿਆਰ ਨਹੀਂ ਕੀਤਾ। ਇਸ ਲਈ ਇਹਨਾਂ ਦੀ ਕੀਮਤ
एक रत्ती के, एक कौड़ी के बराबर इन्हां दी कीमत है। दूसरे सवेच कहते माते मतंग जरे ज़र संग। जरे रारे दे पैर च हाहा ला के बोलना दा जरे, जिन्हों कहते जड़े। ज़र जजे दे पैर बिंदी ला के बोलना। जे जर पढ़ो जर बुढ़ापा हुंदा, जर बुढ़ापे नूं कहंदे ने। जे जजे दे पैर च बिंदी ला दे ज़र हुंदा सोना। ज़र धन दौलत नूं भी कहंदे ने, सोने नूं भी कहंदे ने। संसार च जिन्नियां लड़ाइयां होईयां उन्हां दा बहुतियां दा कारण ज़र, ज़ोरू, ज़िमी, ये तीन शब्द वरतदे ने। ज़र धन दौलत कारण, ज़ोरू जनानी कारण, ज़िमी जमीन कारण। भी इन्हें जमीन दब लो जी, सारा देश दब लो जी, हमला करो जी। जां जनानियां पिछे लड़ाई हुई, जां धन दौलत पिछे। कहते लड़ाई दे तीन ही कारण, पर दसम पातशाह ने 14 लड़ाइयां लड़ियां, उन्हां चों एक भी इन्हां तिन्हां च कोई कारण नहीं से। ना उन्होंने लड़ाई ज़र लई कीती, धन दौलत लई कीती, ना किसी जोरू लई कीती, औरत लई कीती, ते ना जिहड़ा उन्हें किसी जमीन दबण लई कीती। उन्हां ते अन्याय दे विरुद्ध लड़ाई लड़ी। असल लड़ाई उही हुंदी है। राजे ने दूजे देशां ते कब्जा कर लई हमले कीते। कई साडे देश च सिर्फ उन्होंने उदय लुटना सी, वो इत्थे धन लुट के चले गए। उन्होंने ज़र दी खातर साडे देश ते हमले कीते, धन लुट के लै जाए। कईयां ने इसलिए हमले कीते कि हिंदुस्तान ने सुंदर जनानियां चक के ले जाओ, लै जा करते सन। कईयां ने इसलिए हमले किए भी इस देश से कब्जा कर लो। सो इसलिए गुरु महाराज कहते, इसलिए ज़र शब्द है, जज्जे के पैर च बिंदी लग पैना ज़र, इत्थे पावे सोना। माते मतंग जरे ज़र संग, अनूप उतंग सुरंग सवारे। कोट तुरंग कुरंग से कूदत, पौन के गौन को जात निवारे। भारी पुजान के भूप भली बिद, न्यावत शीस न जात बिचारे। एते भय तो कहा पै भूपत। इनू कहा नहीं पढ़ देना, ये कहा है। कहाँ दे दो अर्थ होंदे ने, कहाँ आखां, कुदरत कवन कहाँ विचार। मेरी की शक्ति है कि मैं परमात्मा बारे कोई विचार प्रगट कर सका, कहाँ मैंने आखां। दूसरा कहाँ का अर्थ होंदा किथे, आप कहाँ जा रहे हो, आप कहाँ से आ रहे हो। सो कहाँ दे दो अर्थ होंदे ने, आखां जां किथे। कहा जिहड़ा है इहदे तीन अर्थ होंदे ने, की, क्यों, किवें। की, क्यों, किवें। इत्थे भाव है की। इते पै तो कहा पै भूपत, अंत को नांगे ही पाए पधारे। इनू पाए पढ़ना। जे तां इह हुंदा फारसी का शब्द फिर पाए ठीक सी। फारसी ਦੇ ਪੈਰਾਂ ਨੂੰ ਪਾਏ ਕਹਿੰਦੇ ਨੇ, ਹਿੰਦੀ 'ਚ ਪੈਰਾਂ ਨੂੰ ਪਾਏ ਕਹਿੰਦੇ। ਪਾਮ ਵੀ ਕਹਿੰਦੇ ਨੇ, ਪਾਮ ਵੇਨ ਵੀ ਪੈਰ ਹੁੰਦਾ, ਪਾਮ ਤੋਂ ਪਾਏ ਬਣਦਾ ਹੈ। ਪਾਮ ਜਾਂ ਪਾਏ ਇਹ ਤਾਂ ਹੈਗਾ ਹਿੰਦੀ ਦਾ ਸ਼ਬਦ, ਪਾਏ ਬਿਨਾਂ ਬਿੰਦੀ ਤੋਂ ਇਹ ਫਾਰਸੀ ਦਾ। ਜੇ ਤੇ ਇਹ ਫਾਰਸੀ ਦੀ ਲਾਈਨ ਹੁੰਦੀ फिर इत्थे आपां पढ़दे पाए। ये तो चल रही है हिंदी, ये हिंदी ही बहुती है। ये संस्कृत ते फारसी बहुत घट है, ये बहुते शब्द हिंदी दे हैं। इसलिए अंत को नांगे ही पाए पधारे। माते, माते मैंने मस्त, मतंग, मतंग मैंने हाथी, माते मतंग मस्त हाथी।
ਜਰੇ ਜ਼ਰ ਸੰਗ, ਜਿਹੜੇ ਕਿ ਸੋਨੇ ਦੇ ਨਾਲ ਜੜੇ ਹੋਏ ਹਨ। ਸੋਨੇ ਦੀ ਚੀਜ਼ਾਂ ਬਣਾ ਬਣਾ ਕੇ ਉਹਨੂੰ ਸ਼ਿੰਗਾਰਿਆ ਹੋਇਆ ਹੈ, ਜਿਹੜੇ ਸੋਨੇ ਦੇ ਨਾਲ ਜੜੇ ਹੋਏ ਹਨ। ਅਨੂਪ ਸੁੰਦਰ, ਉਤੰਗ ਉੱਚੇ, ਸੁਰੰਗ ਸੋਹਣੇ ਰੰਗ ਵਾਲੇ, ਸਵਾਰੇ ਸਵਾਰੇ ਹੋਏ। ਕਹਿੰਦੇ ਮਸਤ ਹਾਥੀ ਮਾਤੇ ਮਤੰਗ, ਮਸਤ ਹਾਥੀ ਮਾਤੇ ਮਸਤ ਮਤੰਗ ਹਾਥੀ, ਮਸਤ ਹਾਥੀ ਜਰੇ ਜ਼ਰ ਸੰਗ, ਜਿਹੜੇ ਕਿ ਸੋਨੇ ਨਾਲ ਜੜੇ ਹੋਏ ਹਨ। ਅਨੂਪ, ਜਿਹੜੇ ਕਿ ਹਾਥੀ ਬਹੁਤ ਸੁੰਦਰ ਹਨ। ਉਤੰਗ, ਉੱਚੇ ਕੱਦ ਵਾਲੇ ਹਨ। ਸੁਰੰਗ ਸਵਾਰੇ, ਕਈ ਨੇ ਬੜੇ ਸੁੰਦਰ ਰੰਗਾਂ ਨਾਲ ਸਵਾਰਿਆ ਹੋਇਆ ਹੈ। ਇਹੋ ਜਿਹੇ ਕਦੇ ਹੁਣ ਕਿਸੇ ਰਾਜੇ ਕੋਲ। ਕੋਟ ਤੁਰੰਗ, ਕੋਟ ਬਣੇ ਕਰੋੜਾਂ, ਤੁਰੰਗ ਬਣੇ ਘੋੜੇ। ਕੁਰੰਗ ਹਿਰਨ ਨੂੰ ਕਹਿੰਦੇ ਨੇ, ਖਰਗੋਸ਼ ਹਿਰਨ। ਕੁਰੰਗ ਸੇ ਕੂਦਤ, ਕਹਿੰਦੇ ਕਰੋੜਾਂ ਘੋੜੇ। ਕੋਟ ਇੱਕ ਹੁੰਦਾ ਕੱਕੇ ਨੂੰ ਹੋੜਾ ਟੈਂਕਾ ਕੋਟ, ਉਹ 'ਤੇ ਹੁੰਦਾ ਕਿਲ੍ਹਾ। ਇੱਕ ਹੈ ਕੱਕੇ ਨੂੰ ਹੋੜਾ ਟੈਂਕੇ ਨੂੰ ਸਿਹਾਰੀ, ਇਹ ਕੋਟ ਦਾ ਮਤਲਬ ਕਰੋੜ। ਜਦੋਂ ਕਿਲ੍ਹਾ ਹੋਏਗਾ ਫਿਰ ਟੈਂਕੇ ਨੂੰ ਸਿਹਾਰੀ ਨਹੀਂ ਹੋਵੇਗੀ, ਕੋਟ ਮਨੇ ਕਿਲ੍ਹਾ। ਜਦੋਂ ਟੈਂਕੇ ਨੂੰ ਸਿਹਾਰੀ ਹੋਵੇ ਫਿਰ ਕੋਟ ਹੁੰਦਾ ਕਰੋੜਾਂ। ਤੁਰੰਗ ਹੁੰਦਾ ਘੋੜੇ। ਕਿਸੇ ਦਾ ਕੋਈ ਰਾਜਾ ਹੈ, ਉਹਦੇ ਕੋਲ ਕਰੋੜਾਂ ਘੋੜੇ ਹੋਣ। ਕੁਰੰਗ ਸੇ ਕੂਦਤ, ਉਹ ਢਿੱਲੇ ਮੱਠੇ ਨਾ ਹੋਣ, ਜਿਵੇਂ ਹਿਰਨ ਛਾਲਾਂ ਮਾਰਦੇ ਨਾ ਐਂ ਕੁੱਦਦੇ ਹੁਣ। ਹਿਰਨ ਤੁਰਿਆ ਨਹੀਂ ਕਰਦਾ ਹੈ, ਹਿਰਨ ਛਾਲਾਂ ਮਾਰਿਆ ਕਰਦਾ ਹੁੰਦਾ। ਚੁੰਗੀਆਂ ਭਰਨ ਨੂੰ ਕਹਿੰਦੇ ਨੇ, ਉਹ ਛਾਲਾਂ ਮਾਰ ਕੇ ਜਾਂਦਾ। ਕਿ ਜਿਵੇਂ ਕਈ ਜਾਨਵਰ ਧਰਤੀ 'ਤੇ ਤੁਰਦੇ ਨਹੀਂ, ਟੱਪਦੇ ਨੇ, ਉਹ ਟੱਪਦੇ ਨੇ, ਟੱਪ ਟੱਪ ਅੱਗੇ ਜਾਂਦੇ ਨੇ। ਕਦੇ ਖਿਆਲ ਜਦੋਂ ਕਿ ਦੇਖੇ ਕਰ ਜਾਣਾ ਬੜੇ ਧਿਆਨ। ਉਹ ਜੇ ਛੋਟੀ ਟਪੂਸੀ ਮਾਰ ਕੇ ਅੱਗੇ, ਫਿਰ ਟਪੂਸੀ ਮਾਰੀ, ਫਿਰ ਗਈ, ਇਸ ਤਰ੍ਹਾਂ ਚੱਲਦੇ ਨੇ। ਸੋ ਕਹਿੰਦੇ ਕਰੋੜਾਂ ਘੋੜੇ ਹੋਣ, ਜਿਹੜੇ ਕਿ ਹਿਰਨਾਂ ਦੀ ਤਰ੍ਹਾਂ ਕੁੱਦਦੇ ਹੋਣ। ਪੌਣ ਕੇ ਗਾਉਣ, ਪੌਣ ਮੈਨੇ ਹਵਾ, ਗਾਉਣ ਮੈਨੇ ਰਫਤਾਰ। ਕਹੋ ਮੈਨੇ ਨੂੰ, ਜਾਤ ਨਿਵਾਰੇ, ਮਾਤ ਕਰਨ ਵਾਲੇ ਹੋਣ। ਭਾਵ ਹਵਾ ਨੂੰ ਵੀ ਪਿੱਛੇ ਛੱਡ ਜਾਣਾ। ਜਿਹੜੇ ਹਵਾ ਦੀ ਰਫਤਾਰ ਨੂੰ ਵੀ ਮਾਤ ਕਰਨ ਵਾਲੇ ਹੋਣ। ਹਵਾ ਦੀ ਰਫਤਾਰ ਬਹੁਤ ਹੈ, ਪਰ ਕਹਿੰਦੇ ਜਿਹੜੇ ਘੋੜੇ ਨੇ ਉਹ ਹਵਾ ਦੀ ਰਫਤਾਰ ਤੋਂ ਵੀ ਵੱਧ ਤੇਜ਼ ਦੌੜਨ ਵਾਲੇ ਹੋਣ। ਆ ਭਾਵਨ ਦਾ ਪੌਣ ਕੇ ਗਾਉਣ ਕੋ ਜਾਤ ਨਿਵਾਰੇ, ਜਿਹੜੇ ਹਵਾ ਦੀ ਚਾਲ ਤੋਂ ਵੀ ਵੱਧ ਤੇਜ਼ ਚੱਲਣ ਵਾਲੇ ਹਨ। ਇਹੋ ਜਿਹੇ ਘੋੜੇ ਜਿਹੜੇ ਬਹੁਤ ਨੱਚਦੇ ਟੱਪਦੇ ਹਨ, ਇਹੋ ਜਿਹੇ ਕਰੋੜਾਂ ਘੋੜੇ ਕਿਸੇ ਕੋਲ ਹੋਣ। ਭਾਰੀ ਪੁਜਾਨ ਕੇ ਭੂਪ ਭਲੀ ਬਿਧ, ਭਾਰੀਆਂ ਬਾਹਾਂ ਵਾਲੇ, ਬਹੁਤ ਮਜ਼ਬੂਤ ਬਾਹਾਂ ਵਾਲੇ। ਭੁਜਾਨ, ਭੁਜਾ ਦਾ ਬਹੁਵਚਨ ਹੈ। ਭੁਜਾ ਬਾਹ ਨੂੰ ਕਹਿੰਦੇ ਹਿੰਦੀ 'ਚ, ਉਹਦਾ ਬਹੁਵਚਨ ਮੈਂ ਭੁਜਾਨ, ਭੁਜਾਵਾਂ, ਬਾਹਾਂ। ਜਿਸ ਰਾਜੇ ਦੇ ਬਹੁਤ ਮਜ਼ਬੂਤ ਭਾਵ ਤਕੜੀਆਂ ਬਾਹਾਂ ਹੋਣ। ਭੂਪ ਅੰਦਰ ਰਾਜੇ, ਤਕੜੀਆਂ ਬਾਹਾਂ ਵਾਲੇ ਰਾਜੇ ਹੋਣ। ਭਲੀ ਬਿਧ ਨਿਆਵਤ ਸੀਸ, ਅਤੇ ਲੋਕ ਉਹਨਾਂ ਦੇ ਅੱਗੇ ਬੜੇ ਸਤਿਕਾਰ ਨਾਲ ਸਿਰ ਨਿਵਾਉਣ, ਸਿਰ ਝੁਕਾਉਣ, ਸਲਾਮ ਕਰਨ। ਨਾ ਜਾਤ ਵਿਚਾਰ, ਕਹਿੰਦੇ ਉਹ ਜਿਹੜੇ ਸਲਾਮ ਕਰਨ ਉਹਨਾਂ ਦੀ ਗਿਣਤੀ ਹੀ ਕੋਈ ਨਹੀਂ, ਪਤਾ ਕਿੰਨੇ ਕੁ ਸਲਾਮ ਕਰਨ ਵਾਲੇ। ਇਹੋ ਜਿਹੇ ਕਿੰਨੇ ਹੀ ਕਹਿੰਦੇ ਰਾਜੇ ਹੋਏ, ਜਿਹੜੇ ਬਹੁਤ ਤਾਕਤਵਰ ਸਨ, ਜਿਨ੍ਹਾਂ ਦੇ ਅੱਗੇ ਪਤਾ ਹੀ ਨਹੀਂ ਕਿੰਨੇ ਲੋਕ ਸਿਰ ਨਿਵਾਉਂਦੇ ਸਨ। ਏਤੇ ਪਏ ਤੋ ਕਹਾ ਪਏ ਭੂਪਤ, ਏਤੇ ਪਏ, ਜੇ ਏਡੇ ਵੱਡੇ ਰਾਜੇ ਹੋ ਵੀ ਗਏ ਤਾਂ ਕੀ ਹੋ ਗਿਆ? ਕਹਿੰਦੇ ਤਾਂ ਕੀ ਹੋ ਗਿਆ? ਕਿਉਂਕਿ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅਖੀਰ ਨੂੰ ਤਾਂ ਉਹ ਨੰਗੇ ਪੈਰੇ ਹੀ ਇਸ ਸੰਸਾਰ ਤੋਂ ਗਏ। ਨਾ ਕੋਈ ਘੋੜਾ ਲੈ ਕੇ ਗਏ ਨਾਲ, ਨਾ ਕੋਈ ਵਿਚਾਰੇ ਹਾਥੀ ਲਿਜਾ ਸਕੇ ਨਾਲ, ਨਾ ਕੋਈ ਆਪਣੀ ਬਹਾਦਰੀ ਨਾਲ ਲਿਜਾ ਸਕੇ।
ਨਾਮ ਜਪਿਆ ਨਹੀਂ, ਭਜਨ ਬੰਦਗੀ ਕੀਤੀ ਨਹੀਂ, ਬਸ ਹਾਥੀ ਰੱਖ ਲਏ, ਘੋੜੇ ਰੱਖ ਲਏ, ਤਗੜੀ ਫੌਜ ਰੱਖ ਲਈ, ਅਤੇ ਬੜੇ ਅੱਗੇ ਸਲਾਮਾਂ ਕਰਨ ਵਾਲੇ ਲੋਕ ਨੇ। ਕਹੇ ਜੀ ਐਡੇ ਵੱਡੇ ਰਾਜੇ ਹੋ ਵੀ ਗਏ ਤਾਂ ਕੀ ਹੋ ਗਿਆ? ਅਖੀਰ ਨੂੰ ਇਹ ਨੰਗੇ ਪੈਰੀ ਹੀ ਇਸ ਸੰਸਾਰ ਤੋਂ ਗਏ, ਕੁਛ ਨਹੀਂ ਲੈ ਕੇ ਗਏ। ਇਹ ਗੱਲ ਯਾਦ ਰੱਖਣੀ ਹੈ। ਜਦੋਂ ਅਸੀਂ ਧਰਮਰਾਜ ਦੇ ਪਹੁੰਚਣਾ ਨਾ, ਉਹਨਾਂ ਗੱਲ ਹੀ ਇੱਕ ਪੁੱਛਣੀ ਹੈ, ਨਾਮ ਜਪਿਆ? ਫਿਰ ਜਪਿਆ ਹੁੰਦਾ ਨਹੀਂ, ਫਿਰ ਝੂਠ ਬੋਲਦਾ, ਸਿਰ 'ਤੇ ਹੱਥ ਜਾਂਦਾ। ਕਦੋਂ ਨੋਟ ਕਰੋ ਤੁਸੀਂ, ਜਿਸ ਬੰਦੇ ਨੇ ਝੂਠ ਬੋਲਣਾ ਨਾ, ਉਹਦਾ ਹੱਥ ਆਪਣੇ ਆਪ ਸਿਰ 'ਤੇ ਚਲਾ ਜਾਂਦਾ। ਹੁਣ ਉੱਥੇ ਤਾਂ ਝੂਠ ਨਾਲ ਕੋਈ ਲੈਣਾ ਦੇਣੇ ਨਹੀਂ, ਉੱਥੇ ਤਾਂ ਸਭ ਕੁਛ ਸੱਚ ਲਿਖਿਆ ਹੋਇਆ, ਸਭ ਕੁਝ ਲਿਖਿਆ ਹੋਇਆ। ਉਹ ਕਹਿੰਦੇ ਬਾਬਾ ਜੀ ਤੁਸੀਂ ਗੋਲਕ ਚੋਰੀ ਕੀਤੀ। ਨਾ ਜੀ, ਲੈ ਰਾਮ 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 ਰਾਮ, ਹੋ ਮੈਂ ਗੋਲਕ ਚੋਰੀ ਕਰਨ ਲੱਗਾ ਜੀ, ਮੈਂ ਤਾਂ ਉਪਦੇਸ਼ ਕਰਦਾ। ਨਹੀਂ, ਇੱਥੇ ਲਿਖਿਆ ਹੋਇਆ ਤੁਸੀਂ ਗੋਲਕ ਚੋਰੀ ਕੀਤੀ। ਨਾ ਜੀ, ਕਹਿੰਦੇ ਜਰਾ ਸਵਿਚ ਆਨ ਕਰੀ, ਫਿਰ ਸਕਰੀਨ 'ਤੇ ਆਉਂਦਾ ਵੀ ਆ ਜਾ ਰਹੇ, ਇਹ ਆਹ ਗੋਲਕ ਤੋੜ ਕੇ ਨਾ ਆਹ ਵਿੱਚੋਂ 2-2 ਹਜ਼ਾਰ ਦੇ 5-500 ਦੇ ਨੋਟ ਆਹ ਜੇਬ 'ਚ ਪਾ ਰਿਹਾ। ਫਿਰ ਕਿ ਹੁਣ ਫਿਰ ਉਹਨਾਂ ਨੇ ਨਾ ਠੇਂਗਾ ਰੱਖਿਆ ਹੋਇਆ। ਹਿੰਦੂ ਧਰਮ 'ਚ ਉਹਨੂੰ ਲਿਖਿਆ 18 ਸੇਰ ਭਾਰਾ, ਤਕਰੀਬਨ 14 ਕਿਲੋ। 14 ਕਿਲੋ ਭਾਰੇ ਡੰਡੇ ਨਾਲ ਫਿਰ ਕੁਟਾਪਾ ਕਰਦੇ ਨੇ। ਫਿਰ ਬਾਬੇ ਤੋਂ ਛਾਬਾ ਬਣਾਉਂਦੇ ਨੇ, ਆ ਜਾ ਵੀ ਸੱਜਣਾ। ਫਿਰ ਉੱਥੇ ਕੋਈ ਬਾਬਾ ਨਹੀਂ, ਉੱਥੇ ਸਭ ਫਿਰ ਛਾਬੇ ਹੋ ਜਾਂਦੇ ਨੇ। ਇਸ ਲਈ ਉੱਥੇ ਕੁਝ ਵੀ ਛਿਪਿਆ ਹੋਇਆ ਨਹੀਂ ਹੈਗਾ, ਸਭ ਕੁਛ ਪਤਾ ਹੈ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਨਾ, ਕਰ ਔਗਣ ਪਛਤਾਵਨਾ। ਉੱਥੇ ਫਿਰ 2 ਨਰਕਾਂ ਨੂੰ ਲੈ ਕੇ ਜਾਂਦੇ ਨੇ। ਫਿਰ ਪਛਤਾਉਂਦਾ ਵੀ ਓਹੋ, ਪਰ ਹੁਣ ਕਿਆ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈ ਖੇਤ। ਹੁਣ ਕੀ ਬਣਦਾ, ਹੁਣ ਕੀ ਬਣਦਾ? ਸੋ ਇਸ ਲਈ ਕਹਿੰਦੇ ਇੱਥੇ ਬੜੇ ਬੜੇ ਰਾਜੇ ਹੋਏ, ਬੜੇ ਉਹਨਾਂ ਕੋਲ ਮਸਤ ਹਾਥੀ ਸਨ, ਸੋਨੇ ਨਾਲ ਜੜੇ ਹੋਏ ਸਨ, ਉੱਚੇ ਕੱਦ ਵਾਲੇ ਹਾਥੀ ਸਨ, ਸੋਹਣੇ ਰੰਗ ਦੇ ਹਾਥੀ ਸਨ, ਬੜੇ ਸੋਹਣੇ ਰੰਗਾਂ ਨਾਲ ਸਵਾਰੇ ਹੋਏ ਸਨ, ਬੜੇ ਕਰੋੜਾਂ ਘੋੜੇ ਸਨ ਜਿਹੜੇ ਹਿਰਨਾਂ ਦੀ ਤਰ੍ਹਾਂ ਕੁੱਦਦੇ ਸਨ। ਇੰਨੇ ਤੇਜ਼ ਉਹਨਾਂ ਦੀ ਰਫਤਾਰ ਸੀ ਕਿ ਉਹਨਾਂ ਦੀ ਹਵਾ ਦੀ ਰਫਤਾਰ ਤੋਂ ਵੀ ਉਹਨਾਂ ਦੀ ਵੱਧ ਰਫਤਾਰ ਨਾਲ ਦੌੜਦੇ ਸਨ। ਬੜੇ ਰਾਜੇ ਹੋਏ, ਬੜੀਆਂ ਭਾਰੀਆਂ ਭੁਜਾਵਾਂ ਵਾਲੇ ਹੋਏ, ਜਿਹਨਾਂ ਦੇ ਅੱਗੇ ਪਤਾ ਹੀ ਨਹੀਂ ਕਿੰਨੇ ਕੁ ਲੋਕ ਨਮਸਕਾਰਾਂ ਕਰਦੇ ਸਨ। ਇਹੋ ਜਿਹੇ ਰਾਜੇ ਹੋਏ। ਅਤੇ ਦਸਮ ਪਾਤਸ਼ਾਹ ਕਹਿੰਦੇ ਏਤੇ ਪਏ, ਜੇ ਇੰਨੇ ਵੱਡੇ ਹੋ ਵੀ ਗਏ ਤੋ ਕਹਾ ਪਏ ਭੂਪਤ, ਤਾਂ ਫਿਰ ਇਹ ਕਾਹਦੇ ਰਾਜੇ? ਜੇ ਇੰਨੇ ਵੱਡੇ ਰਾਜੇ ਵੀ ਹੋ ਗਏ ਤੋ ਕਹਾ ਪਏ, ਤਾਂ ਕੀ ਹੋ ਗਿਆ? ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅਖੀਰ ਨੂੰ ਤਾਂ ਨੰਗੇ ਪੈਰ ਹੀ ਇੱਥੋਂ ਗਏ, ਪਧਾਰੇ ਬਣੇ ਚਲੇ ਗਏ, ਕੁਛ ਨਹੀਂ ਲੈ ਕੇ ਗਏ। ਸੋ ਇਸ ਲਈ ਸੋ ਜਿਹੜਾ ਹੈ ਇਹਨਾਂ ਸਵਈਆਂ ਦਾ ਜਿਹੜਾ ਮੁੱਖ ਦੇਖਿਆ ਮੈਂ ਉਦੇਸ਼, ਉਹ ਦੱਸ ਰਹੇ ਨੇ ਵੀ ਜਿਹੜੇ ਬਾਹਰਲਾ ਨਾ ਵਿਖਾਵਾ, ਬਾਹਰੀ, ਉਸ 'ਤੇ ਨਹੀਂ ਜ਼ੋਰ ਦੇਣਾ ਚਾਹੀਦਾ, ਭਜਨ ਬੰਦਗੀ 'ਤੇ ਜ਼ੋਰ ਦੇਣਾ ਚਾਹੀਦਾ। ਕਿਉਂਕਿ ਸਿੱਖ ਧਰਮ 'ਚ ਭਜਨ ਬੰਦਗੀ ਦੀ ਹੀ ਕੀਮਤ ਹੈ। ਤੁਸੀਂ ਬੜੇ ਅਮੀਰ ਹੋ ਪਰ ਭਜਨ ਬੰਦਗੀ ਨਹੀਂ ਕਰਦੇ, ਪਰਮਾਤਮਾ ਦੀ ਦਰਗਾਹ ਤੁਹਾਡੀ ਦਵਾਨੀ ਕੀਮਤ ਨਹੀਂ ਪੈਣੀ, ਉਹਨੇ ਕੁੱਟੀ ਹੋਏ ਤੁਰੇ ਜਾਣਾ। ਉਹ ਜੀ ਮੇਰਾ ਬੜਾ ਜੀ ਕਾਰਖਾਨੇ ਸਨ ਮੇਰੇ ਜੀ, ਉਹ ਮੇਰਾ ਬਿਜ਼ਨਸ ਬਹੁਤ ਸੀ ਜੀ, ਰਾਤੀ 11 ਵਜੇ ਤੱਕ ਦੁਕਾਨ ਖੁੱਲ੍ਹੀ ਰਹਿੰਦੀ ਸੀ। ਉਹ ਜੀ ਰਾਤੀ ਫਿਰ 12 ਵਜੇ ਜਾ ਕੇ ਨਹਾ ਧੋ ਕੇ ਰੋਟੀ ਖਾਣੀ ਜੀ, 1 ਵਜੇ ਕਿਤੇ ਨੀਂਦ ਆਉਣੀ ਜੀ, ਸਵੇਰੇ 8 ਵਜੇ ਉੱਠਣਾ ਜੀ, ਨਹਾ ਧੋ ਕੇ ਫਿਰ ਦੁਕਾਨ 'ਤੇ ਚਲੇ ਜਾਣਾ ਜੀ। ਉਹ ਜੀ ਟਾਈਮ ਹੀ ਨਹੀਂ ਲੱਗਿਆ ਸਿਮਰਨ ਭਜਨ ਬੰਦਗੀ। ਕਹਿੰਦੇ ਆ ਜਾ ਦੱਸ ਦੇ, ਤੈਨੂੰ ਦੱਸ ਦੇ, ਤੈਨੂੰ ਕਿਹਨੇ ਕਿਹਾ ਸੀ ਇੰਨਾ ਬਿਜ਼ਨਸ ਵਧਾ? ਤੈਨੂੰ ਕਿਹਨੇ ਕਿਹਾ ਸੀ ਆਹ 2 ਰੋਟੀਆਂ ਖਾਣੀਆਂ, ਪਰਿਵਾਰ ਪਾਲਣਾ? ਤੈਨੂੰ ਤਾਂ ਨਾਮ ਜਪਣ ਲਈ ਭੇਜਿਆ ਸੀ, ਉਹ ਤੂੰ ਕੀਤਾ ਨਹੀਂ ਹੈ। ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਬਾਕੀ ਤਾਂ ਸਾਰੇ ਹਉਮੈ ਵਾਲੀਆਂ ਗੱਲਾਂ ਨੇ।
ਉੱਥੇ ਤੇ ਇੱਕੋ ਗੱਲ ਲਿਖੇ ਜੇ ਨਾਮ ਜਪਿਆ, ਨਹੀਂ ਜਪਿਆ ਤੇ ਆ ਜਾ। ਫਿਰ ਉਹਨੇ ਜਮ ਰੱਖੇ ਹੋਏ ਨੇ, ਉਹਨਾਂ ਕੋਲ ਠੇਂਗੇ ਨੇ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦਾ ਡੰਡਾ ਕਹਿੰਦੇ ਬਹੁਤ ਭਾਰਾ ਹੈ, ਉਹ ਸਹਿ ਨਹੀਂ ਹੁੰਦਾ। ਫਿਰ ਉਹ ਤੇ ਬੰਦਾ ਬਾਂਹ ਕਰਦਾ, ਕਰੀ ਜਾਵੇ। ਉੱਥੇ ਜੀਓ ਨਵੇਂ, ਉੱਥੇ ਸਾਰੇ ਨਵੇਂ, ਕੋਈ ਨਹੀਂ ਜਾਣਦਾ ਵੀ ਕਿਤੇ ਕਹਿਣਾ ਜੀ ਸਾਡੇ ਬਾਬਾ ਜੀ ਨੇ ਕੁਛ ਨਾ ਕਹੋ ਜੀ, ਹਾਂਜੀ ਇਹ ਸੰਥਿਆ ਦਿੰਦੇ ਸਨ ਜੀ, ਨਾ ਜੀ ਨਾ ਜੀ, ਇਹ ਤਾਂ ਬੜੀ ਕਥਾ ਵਾਰਤਾ ਕਰਦੇ ਸਨ ਜੀ, ਹਾਂਜੀ ਅਸੀਂ ਬੜੇ ਨਹੀਂ ਕੁਛ ਨਾ ਕਹੋ। ਉਹ ਕਹਿੰਦੇ ਨਾ, ਇਹ ਬਾਹਰੋਂ ਸੀ, ਤੁਹਾਨੂੰ ਸਿੱਖਿਆ ਦਿੰਦਾ ਰਿਹਾ, ਆਪ ਇਹ ਕੀ ਕਰਦਾ ਰਿਹਾ, ਜੇ ਤੈਨੂੰ ਨਹੀਂ ਤਾਂ ਵੇਖ ਲੈ। ਇੱਕ ਬੰਦੇ ਕੁੱਟ ਰਹੇ, ਭਤੀਜਾ ਜਿਹੜਾ ਸੀ ਚਾਚਾ ਉਹਦਾ ਮਰ ਗਿਆ, ਚਾਚੇ ਨੂੰ ਕੁੱਟ ਪੈ ਰਹੀ ਹੈ। ਭਤੀਜੇ ਦਿਵਦਰਸ਼ੀ ਖੁੱਲ੍ਹੀ ਸੀ, ਉਹਨੇ ਦੇਖਿਆ ਮੇਰੇ ਚਾਚੇ ਨੂੰ ਕੁੱਟੀ ਜਾ ਰਹੇ ਜਮਦੂਤ। ਉਹ ਕਹਿੰਦਾ ਭਾਈ ਇਹ ਮੇਰੇ ਚਾਚੇ ਨੂੰ ਕਿਉਂ ਕੁੱਟੀ ਜਾਂਦੇ ਹੋ? ਕਹਿੰਦੇ ਤੈਨੂੰ ਨਹੀਂ ਪਤਾ ਓਏ? ਕਹਿੰਦੇ ਵੀ ਪਤਾ ਤਾਂ ਲੱਗੇ, ਤੁਸੀਂ ਕਿਉਂ ਕੁੱਟ ਰਹੇ ਹੋ? ਇਹ ਤਾਂ ਬੜੀ ਸੇਵਾ ਕਰਦਾ ਤੁਸੀਂ ਗੁਰਦੁਆਰੇ ਦੀ। ਹਾਂਜੀ ਹਾਂ, ਕਹ ਸੇਵਾ ਕਰਦਾ, ਸਾਨੂੰ ਪਤਾ। ਫਿਰ ਕੁੱਟ ਕਿਉਂ ਰਹੇ ਹੋ? ਕਹਿੰਦੇ ਜਿਹੜਾ ਜੋਤ ਦਾ ਘਿਓ, ਜੋਤ ਲਈ ਘਿਓ ਲੋਕ ਦੇ ਕੇ ਜਾਂਦੇ ਸਨ, ਇਹ ਜਿਹੜਾ ਬਚ ਜਾਂਦਾ ਸੀ ਘਿਓ ਨਾ, ਇਹ ਉਹਦੇ ਵਿੱਚੋਂ ਘਿਓ ਲੈ ਜਾਇਆ ਕਰਦਾ ਸੀ ਅਤੇ ਘਰ ਜਾ ਕੇ ਪਰੌਂਠੇ ਖਾਇਆ ਕਰਦਾ ਸੀ। ਘਿਓ ਸੀ ਜੋਤ ਲਈ, ਜਿਹੜਾ ਬਾਕੀ ਘਿਓ ਬਚਦਾ ਗੁਰਦੁਆਰੇ ਦਾ ਫਰਜ਼ ਬਣਦਾ ਸੀ, ਉਹਦਾ ਦੇਗ ਬਣਾ ਲੈਂਦੇ, ਲੰਗਰ 'ਚ ਪਾ ਦਿੰਦੇ ਘਿਓ। ਇਹ ਲੋਕ ਆਪਣੇ ਘਰ ਨੂੰ ਲਿਜਾਣ ਲੱਗੇ, ਇਹ ਇਸ ਤਰ੍ਹਾਂ ਕਰਦੇ, ਤਾਂ ਇਹਨੂੰ ਕੁੱਟ ਪੈ ਰਹੀ ਹੈ। ਕਹਿ ਨਾ ਛੱਡ ਦਿਓ, ਮੇਰਾ ਚਾਚਾ ਹੈ। ਅਤੇ ਉਹ ਜਮ ਕਹਿੰਦੇ ਇਹਨੂੰ ਵੀ ਚੱਕ ਲਓ। ਮੈਂ ਕਿਹਾ ਨਾ ਇਹਨੂੰ ਲੈ ਜਾਓ, ਮੈਨੂੰ ਛੱਡੋ, ਮੈਂ ਹੱਥ ਜੋੜਤੇ ਵੀ ਇਹਨੂੰ ਹੀ ਲੈ ਜਾਓ। ਉਹ ਜਮ ਕਹਿੰਦੇ ਮੈਨੂੰ, ਕਹਿੰਦੇ ਇਹਨੂੰ ਵੀ ਚੱਕ ਲਓ, ਇਹਨੂੰ ਲੈ ਚਲੋ ਨਾਲ। ਕਹਿੰਦਾ ਵੱਡਾ ਚਾਚੇ ਵਾਲਾ ਬਣਿਆ ਹੋਇਆ। ਸੋ ਇਸ ਲਈ ਉੱਥੇ ਕਿਸੇ ਦਾ ਕੋਈ ਲਿਹਾਜ਼ ਨਹੀਂ। ਹਾਂ, ਸੇਵਾ ਕੀਤੀ ਹੈ, ਇਹਦਾ ਅੱਡ ਫਲ ਮਿਲਣਾ। ਹੋਰ ਕੋਈ ਕੰਮ ਕੀਤਾ, ਉਹਦਾ ਅੱਡ ਫਲ ਮਿਲਣਾ। ਹਰ ਕਰਮ ਦਾ ਫਲ ਮਿਲਣਾ। ਜੋ ਸੇਵਾ ਕੀਤੀ ਉਹ ਐਵੇਂ ਨਹੀਂ ਜਾਣੀ, ਪਰ ਜੋ ਨਾਲ ਗਲਤ ਕੰਮ ਕੀਤੇ ਉਹਨਾਂ ਦੇ ਨਾਲ ਸਜ਼ਾ ਵੀ ਮਿਲਣੀ ਹੈ, ਸਜ਼ਾ ਮਿਲਣੀ। ਚੰਗੇ ਕਰਮ ਦਾ ਵੀ ਫਲ ਮਿਲਣਾ ਹੈ, ਮੰਦੇ ਦਾ ਵੀ ਫਲ ਮਿਲਣਾ ਹੈ। ਇਸੇ ਲਈ ਅਸੀਂ ਕਦੇ ਦੁਖੀ, ਕਦੇ ਸੁਖੀ, ਕਦੇ ਅਮੀਰ, ਕਦੇ ਗਰੀਬ, ਕਦੇ ਬਿਮਾਰ, ਕਦੇ ਤੰਦਰੁਸਤ, ਕਦੇ ਆਦਰਮਾਨ, ਕਦੇ ਨਿਰਾਦਰ ਹੁੰਦਾ ਰਹਿੰਦਾ ਬੰਦੇ ਦਾ। ਉਹ ਕਰਮਾਂ ਕਾਰਨ ਹੈ। ਜੋ ਚੰਗਾ ਕਰਮ ਸਾਹਮਣੇ ਆ ਗਿਆ, ਅਮੀਰ ਹੋ ਗਿਆ, ਸੁਖੀ ਹੋ ਗਿਆ, ਆਦਰਮਾਨ ਹੋ ਗਿਆ। ਜਦੋਂ ਮਾੜੇ ਕਰਮ ਦੀ ਵਾਰੀ ਆ ਗਈ, ਸਭ ਕੁਝ ਪੁੱਠਾ ਪੈ ਜਾਂਦਾ। ਜੀ ਬੜਾ ਬਿਜ਼ਨਸ ਸੀ, ਚੱਲਦਾ ਹੀ ਨਹੀਂ ਹੈ ਜੀ, ਹੁਣ ਨਹੀਂ ਚੱਲਦਾ। ਮੇਰੇ ਕੋਲ ਬਥੇਰੇ ਆਉਂਦੇ ਨੇ, ਸਾਡਾ ਕਾਰਖਾਨਾ ਨਹੀਂ ਚੱਲਦਾ ਜੀ, ਸਾਡੀ ਦੁਕਾਨ ਨਹੀਂ ਚੱਲਦੀ ਜੀ, ਸਾਡਾ ਆਹ ਨਹੀਂ ਹੈ, ਸਾਡਾ ਹੁਣ ਮਾੜੇ ਕਰਮ ਦੀ ਵਾਰੀ ਆ ਗਈ ਹੈ। ਪਾਠ ਕਰੀ ਚੱਲੋ, ਭਜਨ ਕਰੀ ਚੱਲੋ, ਹੌਲੀ ਹੌਲੀ ਮਾੜਾ ਕਰਮ ਘਟ ਜਾਏਗਾ, ਫਿਰ ਜਾ ਕੇ ਸਭ ਕੁਝ ਠੀਕ ਹੋ ਜਾਏਗਾ। ਸੋ ਸਮਝਾਇਆ ਇਹਨਾਂ ਦੇ ਵਿੱਚ ਕਿ ਭਾਵੇਂ ਕਿੱਡੇ ਵੱਡੇ ਰਾਜੇ ਹੋ ਜਾਓ, ਜੇ ਤੁਸੀਂ ਨਾਮ ਨਹੀਂ ਜਪਿਆ ਤਾਂ ਐਂ ਸਮਝੋ ਤੁਸੀਂ ਨੰਗੇ ਪੈਰੀ ਸੰਸਾਰ ਤੋਂ ਜਾ ਰਹੇ, ਕੁਛ ਵੀ ਨਾਲ ਨਹੀਂ ਲੈ ਕੇ ਗਏ। ਜੀਤ ਫਿਰੇ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਹੈ ਰਾਜ ਨਹੀਂ ਪੜ੍ਹਨਾ। ਹਾਹਾ ਯਈਆ ਜਿਹੜਾ ਇਕੱਠਾ, ਜਿਵੇਂ ਜੱਜਾ ਯਈਆ ਜੈ ਨਹੀਂ ਹੁੰਦਾ। ਇਹ ਤਾਂ ਆਪਾਂ ਪੰਜਾਬੀ ਸਿੱਧੇ ਕਹਿੰਦੇ ਜੈ ਹਿੰਦ, ਹਿੰਦੀ ਜੱਜਾ ਯਈਆ ਦਾ ਕਹਿੰਦੇ ਜੈ, ਜੱਜਾ ਈੜੀ ਨੂੰ ਸਿਆਰੀ ਜੈ। ਇਸ ਤਰ੍ਹਾਂ ਹਾਹਾ ਯਈਆ ਹੈ ਘੋੜੇ ਨੂੰ ਕਹਿੰਦੇ ਨੇ, ਘੋੜੇ ਨੂੰ ਕਹਿੰਦੇ ਹੈ ਰਾਜ। ਵੱਡੇ ਵੱਡੇ ਘੋੜੇ, ਬੜੇ ਕੀਮਤੀ ਘੋੜੇ, ਜਿਹਨੂੰ ਦਰਿਆਈ ਘੋੜੇ ਵੀ ਕਹਿੰਦੇ ਨੇ। ਹੈ ਰਾਜ ਹਜ਼ਾਰੇ, ਹਜ਼ਾਰੇ ਨਹੀਂ ਪੜ੍ਹਨਾ, ਹਜ਼ਾਰੇ ਪੜ੍ਹਨਾ, ਹਜ਼ਾਰਾਂ, ਥਾਊਜ਼ੈਂਡਸ ਜਿਹਨੂੰ ਕਹਿੰਦੇ। ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ ਹੈ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਕਿ ਜੀਤ ਫਿਰੇ ਸਭ ਦੇਸ ਦਿਸਾਨ ਕੋ, ਸਾਰੇ ਦੇਸਾਂ ਪ੍ਰਦੇਸਾਂ ਨੂੰ ਜਿੱਤਦੇ ਰਹੇ।
ਕਈ ਕਹਿੰਦੇ ਕਿ ਨਹੀਂ ਆਏ, ਜਿੱਤਦੇ ਗਏ, ਜਿੱਤਦੇ ਗਏ, ਕਿਉਂਕਿ ਮਨੁੱਖ ਦੇ ਅੰਦਰ ਹਉਮੈ ਹੈ। ਇਹ ਕਹਿੰਦਾ ਦੂਜੇ ਦਾ ਰਾਜ ਖੋਲ੍ਹਾਂ, ਆਦਤ ਹੈ ਮਨੁੱਖ ਦੀ ਵੀ ਦੂਜੇ ਤੋਂ ਖੋਲ੍ਹਾਂ, ਜੋ ਕੁਛ ਇਹਦੇ ਕੋਲ ਹੈ ਖੋਲ੍ਹਾਂ। ਜੇ ਨਹੀਂ ਖੋ ਸਕਦਾ, ਨਹੀਂ ਖੋ ਸਕਦਾ, ਫਿਰ ਇਹਦੀ ਕੋਸ਼ਿਸ਼ ਹੁੰਦੀ ਉਸ 'ਤੇ ਟੂਣਾ ਟੰਮਣ ਕਰਦਾ, ਇਹਦਾ ਭੱਠਾ ਭਠਾਵਾਂ। ਖੋ ਸਕਦਾ ਨਹੀਂ, ਪਰ ਅੰਦਰ ਸੜਦਾ ਰਹਿੰਦਾ, ਹਾਏ ਓਏ ਇਹ ਮੇਰੇ ਤੋਂ ਅਮੀਰ ਕਿਉਂ ਹੈ। ਕਈ ਵਾਰੀ ਰਿਸ਼ਤੇਦਾਰ ਹੀ ਇੱਕ ਦੂਜੇ ਤੋਂ ਸੜਨ ਲੱਗ ਜਾਂਦੇ, ਰਿਸ਼ਤੇਦਾਰ ਇੱਕ ਦੂਜੇ ਤੋਂ ਸੜਨ ਲੱਗ ਜਾਂਦੇ। ਉਹ ਸੜਦੇ ਹੋਏ ਫਿਰ ਪੇਸ਼ ਤਾਂ ਕੋਈ ਜਾਂਦੀ ਨਹੀਂ ਹੈ, ਆਪ ਉਹ ਜਿਹੇ ਬਣ ਨਹੀਂ ਸਕਦੇ, ਉਹਨਾਂ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸੇ ਆਹ ਟੂਣੇ ਜੇ ਕਰਦੇ ਨੇ ਤੇ ਦੇਖੇ ਕਿ ਵੀ ਚੌਂਕਾਂ 'ਚ ਟੂਣੇ ਕੀਤੇ ਹੁੰਦੇ ਨੇ। ਬਈ ਸਭ ਤੋਂ ਪਹਿਲੀ ਵਾਰ ਜਿਹੜਾ ਉਹ ਟੂਣੇ ਨੂੰ ਵੇਖੇਗਾ ਉਸ 'ਤੇ ਅਸਰ ਹੋ ਜਾਏਗਾ। ਇੱਕ ਬੰਦੇ 'ਤੇ ਉਹਦਾ ਅਸਰ ਹੁੰਦਾ ਬਸ ਸਭ ਤੋਂ ਪਹਿਲੇ 'ਤੇ, ਬਾਕੀ ਤਾਂ ਫਿਰ ਨਹੀਂ ਹੁੰਦਾ। ਇਸੇ ਕਰਕੇ ਤਾਂ ਇਹ ਨੁਕਸਾਨ ਹੋਵੇ। ਇਹਨਾਂ ਨੂੰ ਪਤਾ ਵੀ ਤੁਸੀਂ ਨਰਕਾਂ ਨੂੰ ਜਾਓਗੇ। ਇੱਕ ਬੰਦਾ ਹੈ, ਮੰਨ ਲਓ ਮੈਂ ਚੁਰਾਹੇ 'ਚ ਟੂਣਾ ਕਰਤਾ ਆਪਣੇ ਫਾਇਦੇ ਲਈ, ਇੱਕ ਬੰਦਾ ਉੱਥੋਂ ਲੰਘਿਆ ਹੈ, ਮੇਰੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ, ਨਾ ਉਹਦੀ ਮੇਰੇ ਨਾਲ ਕੋਈ ਦੁਸ਼ਮਣੀ ਹੈ, ਪਰ ਉੱਥੋਂ ਲੰਘਿਆ ਉਹਦਾ ਨੁਕਸਾਨ ਹੋ ਗਿਆ, ਮੈਂ ਇੱਕ ਚੰਗੇ ਭਲੇ ਬੰਦੇ ਦਾ ਨੁਕਸਾਨ ਕਰਤਾ, ਫਿਰ ਉਹ ਭੋਗਣਾ ਤਾਂ ਮੈਨੂੰ ਪੈਣਾ ਨਾ, ਜਾਵਾਂਗੇ ਕਿਤੇ। ਕਰਮ ਕਰਨੇ ਆਸਾਨ ਹੁੰਦੇ ਨੇ, ਜਦੋਂ ਭੋਗਣੇ ਪੈਂਦੇ ਉਹ ਨਾਨੀ ਯਾਦ ਆ ਜਾਂਦੀ ਹੈ। ਭੋਗਣੇ ਬੜੇ ਔਖੇ ਹੁੰਦੇ ਨੇ, ਪਰ ਕਹਿੰਦੇ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਬੜੀ ਬਲਵਾਨ ਹੈ, ਇਹ ਭੋਗੇ ਤੋਂ ਬਿਨਾਂ ਖਤਮ ਨਹੀਂ ਹੁੰਦੇ, ਭੋਗਣੇ ਪੈਂਦੇ ਨੇ। ਇਹ ਹੁਣ ਤੁਹਾਡੀ ਮਰਜ਼ੀ ਹੈ, ਚੰਗੇ ਕਰ ਲਓ, ਮੰਦੇ ਕਰ ਲਓ, ਭੋਗਣੇ ਤੇ ਅਸੀਂ ਹੀ ਨੇ। ਜਦ ਦੁੱਖ ਆਉਂਦੇ ਸਾਨੂੰ ਸਮਝ ਨਹੀਂ ਆਉਂਦੀ ਕਿਉਂ ਦੁੱਖ ਹੈ, ਗਰੀਬੀ ਆ ਗਈ ਸਮਝ ਨਹੀਂ ਆਉਂਦੀ ਕਿਉਂ ਗਰੀਬੀ ਆਈ ਹੈ, ਸਮਝ ਨਹੀਂ ਆਉਂਦੀ ਕਿਉਂ, ਮਗਰਲੇ ਜਨਮ ਦਿਸਦੇ ਨਹੀਂ ਇਸ ਲਈ। ਸੋ ਗੁਰੂ ਮਹਾਰਾਜ ਦੱਸਦੇ ਨੇ, ਜੀਤ ਫਿਰੇ ਸਭ ਦੇਸ ਦਿਸਾਨ ਕੋ, ਦੇਸਾਂ ਪ੍ਰਦੇਸਾਂ ਨੂੰ ਜਿੱਤਦੇ ਰਹੇ, ਬਾਜਦ ਢੋਲ ਮ੍ਰਿਦੰਗ ਨਗਾਰੇ। ਫਿਰ ਜਿੱਤ ਕੇ ਆਏ, ਫਿਰ ਢੋਲ ਵੱਜਦੇ ਨੇ, ਮ੍ਰਿਦੰਗ ਵੱਜਦੇ ਨੇ, ਨਗਾਰੇ ਵੱਜਦੇ ਨੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਗਜਾਨ ਹੁੰਦਾ ਹਾਥੀ, ਗੁੰਜਤ ਹੁੰਦਾ ਹਾਥੀਆਂ ਦਾ ਬੋਲਣਾ। ਜਿਵੇਂ ਸ਼ੇਰ ਹੈ ਭਬਕ ਮਾਰਦਾ ਹੈ, ਗਰਜਦਾ ਹੈ, ਇਸ ਤਰ੍ਹਾਂ ਅੱਡ ਅੱਡ ਜਾਨਵਰਾਂ ਦੀਆਂ ਅੱਡ ਅੱਡ ਆਵਾਜ਼ਾਂ ਹੁੰਦੀਆਂ ਹਨ। ਹਾਥੀ ਜਦੋਂ ਬੋਲਦੇ ਨੇ ਉਹਨੂੰ ਕਹਿੰਦੇ ਚਿੰਗਾੜਨਾ, ਉਹ ਉੱਚੀ ਉੱਚੀ ਚਿੰਗਾੜਦੇ ਨੇ ਆਵਾਜ਼। ਜਿਵੇਂ ਜਿਹੜੇ ਗਾਂ ਹੈ ਇਹ ਰਿੰਗਦੀ ਹੈ, ਉਹ ਪੁਰਾਣੀ ਗਾਂ ਰਿੰਗੀ ਜਾਂਦੀ ਹੈ, ਬੋਲੀ ਜਾਂਦੀ ਕੁਛ ਨਾ ਕੁਛ, ਉਹਨਾਂ ਦੀ ਆਪਣੀ ਬੋਲੀ ਹੈ। ਘੋੜੇ ਨੇ ਉਹ ਬੋਲੇ ਹਿਣਕਦੇ ਨੇ, ਉਹ ਘੋੜਾ ਹਿਣਕ ਰਿਹਾ ਵੇ। ਇਸ ਤਰ੍ਹਾਂ ਜਿਹੜੇ ਹਾਥੀ ਨੇ ਗਜਾਨ, ਗਾਜ ਦਾ ਬਹੁਵਚਨ ਹੈ ਗਜਾਨ। ਗਾਜ ਗੱਗਾ ਜੱਜਾ, ਗਾਜ ਮਨੇ ਹਾਥੀ। ਇੱਕ ਹੁੰਦਾ ਗੱਗਾ ਜੱਜੇ ਦੇ ਪੈਰ 'ਚ ਬਿੰਦੀ, ਗਜ਼ ਉਹ 3 ਫੁੱਟ ਦਾ ਜਿਹੜਾ ਹੁੰਦਾ ਮਿਣਨ ਵਾਲਾ, ਇਹਨਾਂ ਕੋਲ ਹੁੰਦਾ, ਦਰਜੀਆਂ ਕੋਲ ਵੀ ਹੁੰਦਾ ਅਤੇ ਕੱਪੜਾ ਵੇਚਣ ਵਾਲੇ ਕੋਲ ਵੀ ਹੁੰਦਾ। ਪਹਿਲਾਂ ਗਜ਼ ਹੁੰਦਾ ਸੀ, ਅੱਜ ਕੱਲ੍ਹ ਮੀਟਰ ਹੋ ਗਿਆ ਹੈ। 3 ਫੁੱਟ ਲੰਬਾਈ ਵਾਲੀ ਚੀਜ਼ ਨੂੰ ਗਜ਼ ਕਹਿ ਕੇ, ਗੱਗਾ ਜੱਜੇ ਦੇ ਪੈਰ 'ਚ ਬਿੰਦੀ, ਗਜ਼। ਜਿਹੜਾ ਇਕੱਲਾ ਗੱਗਾ ਜੱਜਾ ਹੁੰਦਾ ਉਹ ਗਜ਼ ਹੁੰਦਾ ਹਾਥੀ। ਗਜ਼ ਦਾ ਬਹੁਵਚਨ ਹੈ ਗਜਾਨ, ਜਿਵੇਂ ਸਿੱਧ ਦਾ ਬਹੁਵਚਨ ਹੈ ਸਿਧਾਨ। ਗੁੰਜਤ ਗੂੜ, ਗੂੜ ਦਾ ਉੱਚੀ ਆਵਾਜ਼ ਵਿੱਚ, ਗਜਾਨ ਹਾਥੀ, ਸੁੰਦਰ ਸੋਹਣੇ ਹਾਥੀ। ਰਾਜੇ ਹੋਣ, ਦੇਸਾਂ ਪ੍ਰਦੇਸਾਂ ਨੂੰ ਜਿੱਤਦੇ ਹੋਣ, ਢੋਲ ਢਮੱਕੇ ਖੂਹ ਵੱਜਦੇ ਹੋਣ, ਸਤਿਕਾਰ 'ਚ ਹਾਥੀ ਕੋਲ ਹੋਣ, ਬੜੇ ਸੋਹਣੇ ਹੋਣ, ਉਹ ਉੱਚੀ ਉੱਚੀ ਬੋਲਣ ਵਾਲੇ ਹੋਣ। ਹਿੰਸਤ ਹੀ ਹੈ ਰਾਜ ਹਜ਼ਾਰੇ, ਹਿੰਸਤ ਹੁੰਦਾ ਹਿਣਕਣਾ, ਹੈ ਰਾਜ ਹੁੰਦਾ ਵਧੀਆ ਘੋੜੇ, ਜਿਹਨੂੰ ਦਰਿਆਈ ਘੋੜੇ ਕਹਿੰਦੇ ਨੇ। ਹਜ਼ਾਰੇ ਮੈਨੇ ਹਜ਼ਾਰਾਂ, ਹਜ਼ਾਰਾਂ ਦਰਿਆਈ ਘੋੜੇ ਜਿਨ੍ਹਾਂ ਦੇ ਤਬੇਲਿਆਂ 'ਚ ਹਿਣਕਦੇ ਨੇ। ਹਾਂਜੀ, ਭੂਤ ਭਵੇਖ ਭਵਾਨ ਕੇ ਭੂਪਤ, ਭੂਪਤ ਰਾਜੇ ਨੂੰ ਕਹਿੰਦੇ, ਭੂਪਤੀ
ਭੂਪਤ, ਭੂ ਮੈਨੇ ਧਰਤੀ, ਪਤੀ ਮੈਨੇ ਮਾਲਕ, ਧਰਤੀ ਦਾ ਮਾਲਕ। ਜਾਗੀਰਦਾਰ ਨੂੰ ਵੀ ਭੂਪਤੀ ਕਹਿੰਦੇ ਨੇ, ਰਾਜੇ ਨੂੰ ਵੀ ਭੂਪਤ ਕਹਿੰਦੇ ਨੇ। ਹਿੰਦੀ ਕਾ ਭੂਪਤੀ ਲਿਖਿਆ ਇਸ ਤਰ੍ਹਾਂ ਦੇ ਤੱਤੇ ਨਸਾਰੀ ਨਾਲ, ਪਰ ਪੰਜਾਬੀ ਦੇ ਗੁਰਬਾਣੀ ਦੇ ਨਿਯਮਾਂ ਅਨੁਸਾਰ ਫਿਰ ਆਪਾਂ ਬੋਲਦੇ ਹਾਂ ਭੂਪਤ। ਭੂਤ ਭਵਿੱਖ ਜਿਹੜਾ ਸਮਾਂ ਲੰਘ ਗਿਆ, ਭਗਵਾਨ ਜਿਹੜਾ ਹੁਣ ਵਰਤਮਾਨ ਸਮਾਂ, ਇਹਦੇ ਜਿਹੜੇ ਰਾਜੇ ਹੋਏ, ਪਿੱਛੇ ਜਿਹੜੇ ਰਾਜੇ ਹੋ ਗਏ, ਹੁਣ ਜਿਹੜੇ ਹਨ ਭਵਿੱਖ 'ਚ ਜਿਹੜੇ ਹੋਣਗੇ, ਕੌਣ ਗਣੇ ਨਹੀਂ ਜਾਤ ਵਿਚਾਰੇ, ਕੌਣ ਇਹਨਾਂ ਦੀ ਗਿਣਤੀ ਕਰੇ। ਇਹ ਵਿਚਾਰੇ ਵੀ ਨਹੀਂ ਗਿਣਤੀ, ਇਹਨਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ। ਪਹਿਲਾਂ ਗਣੇ ਹੁੰਦੇ ਗਿਣਨਾ, ਕੌਣ ਗਣੇ, ਇਹਨਾਂ ਦੀ ਗਿਣਤੀ ਕੌਣ ਕਰੇ, ਇਹਨਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ। ਪਤਾ ਨਹੀਂ ਕਿੰਨੇ ਕੁ ਹੋ ਗਏ ਨੇ, ਪਤਾ ਨਹੀਂ ਹੁਣ ਤੱਕ ਕਿੰਨੇ, ਕਦੋਂ ਸ੍ਰਿਸ਼ਟੀ ਬਣੀ, ਕਦੋਂ ਦੇ ਰਾਜੇ ਨੇ। ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਪਰ ਪਰਮਾਤਮਾ ਦੀ ਭਜਨ ਬੰਦਗੀ ਤੋਂ ਬਿਨਾਂ। ਬੜੇ ਦੇਸ਼ ਜਿੱਤੇ, ਬੜੇ ਢੋਲ ਢਮੱਕੇ ਹੋਏ, ਬੜੇ ਵੱਡੇ ਵੱਡੇ ਵਧੀਆ ਹਾਥੀ ਰੱਖੇ, ਬੜੇ ਕੀਮਤੀ ਦਰਿਆਈ ਘੋੜੇ ਰੱਖੇ। ਇਹੋ ਜਿਹੇ ਕਹਿੰਦੇ ਰਾਜੇ ਪਤਾ ਹੀ ਨਹੀਂ ਕਿੰਨੇ ਕੁ ਨੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਪਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਨਾ ਜਪਿਆ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਪਰਮਾਤਮਾ ਦੇ ਭਜਨ ਤੋਂ ਬਿਨਾਂ ਅੰਤ ਕੋ, ਅੰਤ ਨੂੰ ਪਾ ਮਰਨ ਵੇਲੇ, ਅੰਤ ਕੇ ਧਾਮ, ਅੰਤ ਕੇ ਧਾਮ ਦਾ ਜਮਪੁਰੀ ਸੁਧਾਰੇ ਮੈਨੇ ਚਲੇ ਗਏ। ਅੰਤ ਨੂੰ ਉਹ ਜਮਪੁਰੀ ਨੂੰ ਚਲੇ ਗਏ। ਜਮਪੁਰੀ ਜਿੱਥੇ ਜਮ ਰਹਿੰਦੇ ਨੇ, ਜਿੱਥੇ ਜਮਦੂਤ ਰਹਿੰਦੇ ਨੇ, ਜਿਵੇਂ ਦੇਵਪੁਰੀ ਜਿੱਥੇ ਦੇਵਤੇ ਰਹਿੰਦੇ ਨੇ, ਜਮਪੁਰੀ ਜਿੱਥੇ ਜਮ ਰਹਿੰਦੇ ਨੇ। ਸੋ ਅਖੀਰ ਨੂੰ ਇਹ ਸਵਰਗਾਂ ਨੂੰ ਨਹੀਂ ਗਏ ਵੀ ਹਾਂ ਜੀ ਅਸੀਂ ਬੜੇ ਦੇਸ਼ ਜਿੱਤੇ ਜੀ, ਸਾਡੇ ਕੋਲ ਬੜੀਆਂ ਫੌਜਾਂ ਸਨ ਜੀ, ਬੜੀ ਸਾਡੀ ਟੌਰ ਸੀ ਜੀ, ਬੜੇ ਸਾਨੂੰ ਨਮਸਕਾਰਾਂ ਕਰਦੇ ਸਨ। ਕੁਛ ਵੀ ਪਿਆ ਹੋਵੇ, ਪਰਮਾਤਮਾ ਦੀ ਨਜ਼ਰਾਂ 'ਚ ਇਹਨਾਂ ਦੀ ਕੀਮਤ ਦੁਆਨੀ ਨਹੀਂ ਹੈਗੀ। ਉੱਥੇ ਤਾਂ ਸਿਰਫ ਭਜਨ ਬੰਦਗੀ ਦੀ ਕੀਮਤ ਹੈ। ਸ਼ੁਭ ਕਰਮ ਕੀਤੇ, ਭਜਨ ਬੰਦਗੀ ਕੀਤੀ, ਬਸ ਉਹਦੀ ਕੀਮਤ ਹੈ। ਜਿਹੜੇ ਭਜਨ ਬੰਦਗੀ ਕਰਦੇ ਨੇ, ਸ਼ੁਭ ਕਰਮ ਕਰਦੇ, ਗੁਰਬਾਣੀ ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਹੁਣ ਦਰਗਾਹ 'ਚ ਕੋਈ ਦੁਰਕਾਰਦਾ ਨਹੀਂ, ਇਹ ਨਹੀਂ ਚਲੋ ਚੱਲ ਨਿਕਲ ਕਿੱਥੇ ਆ ਗਏ। ਬਾਈ ਚਾਂਸ ਕੋਈ ਕੁੱਤਾ ਪੌੜੀਆਂ ਚੜ੍ਹ ਕੇ ਅੰਦਰ ਆ ਜਾਏ ਦਰਵਾਜ਼ੇ, ਹੁਣ ਤਾਂ ਚਲੋ ਜਾਲੀ ਵਾਲੇ ਦਰਵਾਜ਼ੇ ਲੱਗੇ ਹੁੰਦੇ ਨੇ, ਆ ਨਹੀਂ ਸਕਦੀ ਕੋਈ ਚਿੜੀ, ਕਾਂ, ਤੋਤਾ ਕੋਈ ਅੰਦਰ ਆ। ਪਹਿਲਾਂ ਨਹੀਂ ਤਾਂ ਜਦੋਂ ਨਹੀਂ ਸਨ ਜਾਲੀਆਂ ਦਰਵਾਜ਼ੇ ਗੁਰਦੁਆਰੇ ਨੂੰ ਹੁੰਦੇ, ਉਦੋਂ ਇਹ ਛੋਟੇ ਛੋਟੇ ਜਾਨਵਰ ਅੰਦਰ ਆ ਵੜੇ ਕਰਦੇ। ਹੁਣ ਮੰਨ ਲਓ ਕੁੱਤਾ ਅੰਦਰ ਆ ਵੜੇ, ਆਪਾਂ ਵੜਨ ਦਿਆਂਗੇ ਗੁਰਦੁਆਰੇ ਜਨ ਨੂੰ, ਟਿਕ 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 ਕਰਕੇ ਭਜਾ ਦਾਂਗੇ ਉਹਨੂੰ। ਇਸ ਤਰ੍ਹਾਂ ਜਿਹੜਾ ਭਜਨ ਬੰਦਗੀ ਕਰਨ ਵਾਲਾ ਹੈ, ਉਹ ਦਰਗਾਹ ਦੇ ਵਿੱਚ ਉਹਨੂੰ ਦੁਰਕਾਰਦਾ ਨਹੀਂ ਕੋਈ। ਰੇ ਰੇ ਦੁਰਕਾਰਨਾ ਹੁੰਦਾ, ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਸੋ ਕਿ ਆਓ ਜੀ, ਬੈਠੋ ਜੀ, ਜੀ ਆਇਆਂ ਨੂੰ। ਕਿਵੇਂ ਦਰਸ਼ਨ ਦਿੱਤੇ ਨੇ ਹਨ ਆਪਣੇ ਘਰ ਕੋਈ ਸਤਿਕਾਰਯੋਗ ਬੰਦਾ, ਜਾਂ ਆਪਾਂ ਆਓ ਜੀ, ਬੈਠੋ ਜੀ, ਧੰਨ ਭਾਗ ਜੀ। ਕੀੜੀ ਦੇ ਘਰ ਨਰੈਣ ਆ ਗਏ ਨੇ ਜੀ, ਜ਼ਿਆਦਾ ਫੂਕ ਦੇਣੀ ਕਿ ਕੀੜੀ ਦੇ ਘਰ ਨਰੈਣ ਆ ਗਏ ਨੇ ਜੀ, ਵੀ ਅਸੀਂ ਨਿਮਾਣੇ ਨਿਮਤਾਣੇ, ਤੁਸੀਂ ਐਡੇ ਵੱਡੇ ਸਾਡੇ ਘਰ ਤੁਸੀਂ ਦਰਸ਼ਨ ਪਾਉਂਦੇ, ਕਿ ਬੜੀ ਖੁਸ਼ੀ ਹੁੰਦੀ ਹੈ। ਕ੍ਰਿਸ਼ਨ ਭਗਵਾਨ ਗਏ ਨੇ ਸੁਦਾਮੇ ਦੇ, ਸੁਦਾਮਾ ਵਿਚਾਰਾ ਗਰੀਬ ਹੈ, ਬਿਨਾਂ ਦੱਸੇ ਕ੍ਰਿਸ਼ਨ ਭਗਵਾਨ ਚਲੇ ਗਏ, ਹੱਥਾਂ ਪੈਰਾਂ ਦੀ ਪੈ ਗਈ। ਉਹ ਖੁਸ਼ੀ ਸਾਹ ਵੀ ਨਾ ਹੋਵੇ ਬਈ ਧੰਨ ਭਾਗ ਸਾਡੇ ਨਿਮਾਣਿਆਂ ਗਰੀਬਾਂ ਦੇ ਘਰ ਭਗਵਾਨ ਆ ਗਏ। ਖੁਸ਼ੀ ਨਹੀਂ ਸਾਹ ਹੁੰਦੀ, ਖੁਸ਼ੀ 'ਚ ਭੁੱਲ ਹੀ ਗਈ ਵਿਚਾਰੀ ਸੁਦਾਮਾ ਦੀ ਘਰ। ਸੁਦਾਮਾ ਦੀ ਦਾ ਘਰ ਨਹੀਂ ਸਨ, ਘਰ ਵਾਲੀ ਘਰ ਸੀ। ਦੇਖਿਆ ਵੀ ਹੁਣ ਕੀ ਕ੍ਰਿਸ਼ਨ ਮਹਾਰਾਜ ਅੱਗੇ ਰੱਖੇ, ਕੇਲੇ ਘਰ ਸੀਗੇ ਪਹਿਲਾਂ, ਪਿਆਰ ਨਾਲ ਕੇਲੇ ਨੂੰ ਛਿਲਦੀ ਹੈ। ਇੰਨਾ ਪਿਆਰ ਹੈ, ਇੰਨਾ ਚਾਅ ਚੜਿਆ, ਇਹ ਯਾਦ ਹੀ ਨਹੀਂ ਕਿ ਛਿੱਲੜ ਸੁੱਟਣੇ ਤੇ ਵਿੱਚੋਂ ਗੁੱਦਾ ਖਵਾਉਣਾ ਨਾ। ਉਹ ਪਿਆਰ ਚਾਹੇ ਗੁੱਦਾ ਖਵਾ ਰਹੇ, ਛਿੱਲੜ ਖਵਾ ਰਹੇ, ਗੁੱਦੇ ਨੂੰ ਸੁੱਟੀ ਜਾ ਰਹੀ ਹੈ। ਭਗਵਾਨ ਬੜੇ ਪਿਆਰ ਨਾਲ ਛਿੱਲੜ ਖਾ ਰਹੇ ਕੇਲੇ ਦਾ। ਉਹਨੇ ਕਿਹਾ ਨਹੀਂ ਵੀ ਬੀਬੀ ਆ ਕੀ ਛਿੱਲੜ ਖਵਾ ਰਹੇ ਸਨ। ਬ੍ਰਹਮ ਗਿਆਨੀ ਲਈ ਕੁਛ ਨਹੀਂ ਹੁੰਦਾ। ਬ੍ਰਹਮ ਗਿਆਨੀ ਦੀ ਨਜ਼ਰਾਂ ਇੰਨੀਆਂ ਜ਼ਬਰਦਸਤ ਹੁੰਦੀਆਂ ਕਿ ਉਹ ਜ਼ਹਿਰ ਦੇ ਪਿਆਲੇ ਨੂੰ ਵੀ ਅੰਮ੍ਰਿਤ ਬਣਾ ਸਕਦੀ ਹੁੰਦੀ। ਇੰਨੀ ਕਮਾਈ ਉਹਨਾਂ ਦੀ ਹੁੰਦੀ, ਉਹਨਾਂ ਦੀ ਕਮਾਈ ਇਤਨੀ ਹੁੰਦੀ ਹੈ। ਮੀਰਾ ਬਾਈ ਹੈ, ਵਿਧਵਾ ਹੋ ਗਈ ਹੈ,
ਪਰ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਅੱਗੇ ਖੜ੍ਹ ਕੇ ਨੱਚਦੀ ਹੈ ਅਤੇ ਗਾਉਂਦੀ ਹੈ। ਉਹ ਸਾਰੇ ਪਰਿਵਾਰ ਨੇ ਸੋਚਿਆ ਸਾਡੀ ਬਦਨਾਮੀ ਕਰਦੀ ਹੈ, ਵੀ ਦੇਖੋ ਵਿਧਵਾ ਹੋ ਗਈ ਹੈ, ਲੋਕ ਕਹਿੰਦੇ ਨੱਚੀ ਜਾਂਦੀ ਹੈ। ਉਹਨਾਂ ਨੂੰ ਕੀ ਪਤਾ ਭਗਵਾਨ ਕੇ ਹਿੰਦੂ ਧਰਮ ਦੇ ਨਾ ਨੱਚਣ ਦਾ ਰਿਵਾਜ ਹੈ। ਮੂਰਤੀ ਅੱਗੇ ਖਲੋ ਕੇ ਕਹਿੰਦੇ ਕੀ ਕਰੀਏ? ਕਹਿੰਦੇ ਇਹਨੂੰ ਜ਼ਹਿਰ ਦਾ ਪਿਆਲਾ ਦੇ ਦਿਓ, ਮਰ ਜਾਏਗੀ ਆਪੇ। ਜ਼ਹਿਰ ਦਾ ਪਿਆਲਾ ਦੇ ਦਿੱਤਾ ਮੀਰਾ ਨੂੰ ਪੀਣ ਲਈ। ਮੀਰਾ ਨੂੰ ਪਤਾ ਹੈ ਜ਼ਹਿਰ ਹੈ। ਜਦੋਂ ਨੇੜੇ ਲਿਆਂਦੇ ਨਾ ਅੱਖਾਂ ਦੇ, ਕੀ ਵੇਖਦੇ ਵਿੱਚ ਕ੍ਰਿਸ਼ਨ ਮਹਾਰਾਜ ਖੜ੍ਹੇ ਨੇ। ਸਮਝ ਗਈ ਬਸ ਵੀ ਕੋਈ ਪਰਵਾਹ ਨਹੀਂ ਹੈਗਾ। ਗਟ ਗਟ ਕਰਕੇ ਜ਼ਹਿਰ ਦਾ ਪਿਆਲਾ ਪੀ ਗਈ ਹੈ, ਫਿਰ ਨੱਚਣ ਲੱਗ ਪਈ, ਗਾਉਣ ਲੱਗ ਪਈ। ਮਰੀ ਹੋਈ ਨਹੀਂ ਹੈ, ਡਰੀ ਨਹੀਂ। ਅੱਖਾਂ 'ਚ ਨਾਮ ਦੀ ਇੰਨੀ ਤਾਕਤ ਸੀ ਕਿ ਉਹ ਸੁਭਾਅ ਹੀ ਬਦਲਦਾ ਹੈ। ਦਸਮ ਪਾਤਸ਼ਾਹ ਨੇ ਜਦ ਅੰਮ੍ਰਿਤ ਤਿਆਰ ਕੀਤਾ, ਕੱਲਿਆਂ ਨੇ ਕੀਤਾ ਨਾ, ਬਾਅਦ ਦੇ 5 ਪਿਆਰਿਆਂ ਨੇ ਫਿਰ ਤਿਆਰ ਕਰ ਛਪਾਇਆ। ਕੱਲਿਆਂ ਨੇ ਕੀਤਾ ਅੰਮ੍ਰਿਤ ਤਿਆਰ। ਅੱਖਾਂ ਗੱਡ ਕੀਤੀਆਂ ਪਾਣੀ 'ਚ, ਪਾਣੀ ਵੱਲ ਵੇਖੀ ਜਾਂਦੇ ਨੇ, ਜਿਹੜਾ ਹੈ ਖੰਡਾ ਫੇਰੀ ਜਾ ਰਹੇ ਨੇ, ਮੂੰਹ ਨਾਲ ਪੰਜੇ ਬਾਣੀ ਦਾ ਜਾਪ ਕਰਦੇ ਨੇ। ਉਹ ਬਾਣੀ ਨੇ ਅਤੇ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਨੇ ਉਹ ਪਾਣੀ ਦਾ ਸੁਭਾਅ ਹੀ ਬਦਲਤਾ, ਉਹਨੂੰ ਅੰਮ੍ਰਿਤ ਬਣਾਤਾ। ਅੰਮ੍ਰਿਤ ਬਣਾਤਾ। ਇੰਨੀ ਕਮਾਈ ਕਿ ਅੱਗੋਂ ਸਾਰਾ ਸੁਭਾਅ ਹੀ ਬਦਲ ਦੇਣਾ। ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਪੰਚਮ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਸਾਡੇ ਵੱਲ ਕਿਰਪਾ ਦ੍ਰਿਸ਼ਟੀ ਨੂੰ ਵੇਖ ਕੇ ਸਾਡੇ ਦੁੱਖ ਹੀ ਸਾਰੇ ਦੂਰ ਕਰਤੇ। ਇੰਨੀ ਭਜਨ ਬੰਦਗੀ ਨਾਲ ਅੱਖਾਂ ਦੇ ਵਿੱਚ ਇੰਨੀ ਤਾਕਤ ਆ ਜਾਂਦੀ ਹੈ ਕਿ ਜਿੱਧਰ ਤੱਕਦੀਆਂ ਉੱਧਰ ਸਭ ਕਲਿਆਣ ਕਰੀਆਂ ਜਾਂਦੀਆਂ। ਉਹਨਾਂ ਬੋਲਣ ਦੀ ਲੋੜ ਨਹੀਂ ਪੈਂਦੀ, ਅੱਖਾਂ ਨਾਲ ਹੀ ਤੱਕਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਗਏ ਸਨ ਸੰਗਲਾਦੀਪ ਰਾਜਾ ਸ਼ਿਵਨਾਭ ਨੂੰ ਮਿਲਣ, ਬੜੇ ਅੱਗੇ ਜਦੋਂ ਸਾਧੂ ਨੂੰ ਪਤਾ ਲੱਗਾ ਵੀ ਰਾਜਾ ਸ਼ਿਵਨਾਭ ਨੇ ਗੁਰੂ ਨਾਨਕ ਨੂੰ ਦੇਖਿਆ ਤਾਂ ਹੈ ਨਹੀਂ, ਪਰ ਇਹ ਤਾਂ ਗੁਰੂ ਨਾਨਕ ਹੀ ਹਰ ਵਕਤ ਕਰਦਾ ਰਹਿੰਦਾ, ਉਹਦੇ ਦਰਸ਼ਨ ਹੁੰਦਾ, ਬੜਾ ਅਭਿਲਾਸ਼ੀ ਹੈ। ਕਿਸੇ ਸਾਧੂ ਨੇ ਆ ਕੇ ਕਹਿੰਦੇ ਮੈਂ ਗੁਰੂ ਨਾਨਕ ਆਇਆ। ਅਗਲਾ ਵੀ ਅੱਗੋਂ ਰਾਜਾ ਸੀ, ਐਵੇਂ ਥੋੜ੍ਹੇ ਰਾਜੇ ਬਣ ਜਾਂਦੇ ਨੇ। ਉਹਨੇ ਨਾ ਅਪਸਰਾਂ ਰੱਖੀਆਂ ਸੀ, ਜਮੀਂਦਰ ਨੇ ਰੱਖੀਆਂ ਸੋਹਣੀਆਂ ਬੀਬੀਆਂ। ਉਹਨਾਂ ਨੂੰ ਭੇਜਣਾ ਵੀ ਜਾਇਆ ਜਰਾ ਡਾਂਸ ਕਰਿਓ, ਦੇਖਦੇ ਆ ਸਾਧ ਕਿੰਨੇ ਕੁ ਪਾਣੀਆਂ 'ਚ, ਜੇ ਡੋਲ ਗਿਆ ਤਾਂ ਗੁਰੂ ਨਾਨਕ ਨਹੀਂ ਹੋ ਸਕਦਾ। ਸਭ ਨੇ ਡੋਲ ਡਾਲ ਜਾਣਾ। ਇੱਕ ਵਾਰੀ ਸੱਚੀ ਗੁਰੂ ਨਾਨਕ ਦੇਵ ਜੀ ਆ ਗਏ। ਜਿਹੜਾ ਕਈ ਸਾਲਾਂ ਤੋਂ ਬਾਗ ਸੁੱਕਿਆ ਹੋਇਆ ਸੀ ਨਾ, ਜਦੋਂ ਜੇ ਪੈਰ ਧਰਿਆ ਗੁਰੂ ਨਾਨਕ ਦੇਵ ਜੀ ਨੇ, ਬਾਗ ਇੱਕਦਮ ਹਰਾ ਭਰਾ ਹੋ ਗਿਆ, ਇੱਕਦਮ ਹਰਾ ਭਰਾ ਗਿਆ। ਮਾਲੀ ਹੈਰਾਨ ਰਹਿ ਗਿਆ। ਉਹ ਭੱਜਿਆ ਗਿਆ ਰਾਜੇ ਕੋਲੇ, ਕਹਿੰਦੇ ਰਾਜਨ ਸ਼ਾਇਦ ਅੱਜ ਗੁਰੂ ਨਾਨਕ ਆ ਗਏ ਨੇ। ਪਰ ਕਿਉਂਕਿ ਉਹਦੇ ਨਾਲ ਕਈ ਵਾਰੀ ਧੋਖਾ ਹੋ ਚੁੱਕਾ ਸੀ, ਉਹਨੇ ਉਹੀ ਬੀਬੀਆਂ ਭੇਜੀਆਂ ਵੀ ਜਾਇਓ ਜਰਾ। ਗੁਰੂ ਨਾਨਕ ਦੇ ਜਾਣੀ ਜਾਣ ਸਾਨੂੰ ਜਿਹੜੀਆਂ ਆ ਰਹੀਆਂ ਨੇ ਨਾ, ਇਹ ਕਿਸ ਭਾਵਨਾ ਨਾਲ ਆ ਰਹੀਆਂ। ਜਦੋਂ ਸਾਹਮਣੇ ਆਈਆਂ ਨਾ, ਗੁਰੂ ਨਾਨਕ ਦੇਵ ਨਾਲ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਜਿੰਨੀ ਮਨ ਦੀ ਮੈਲ ਸੀ ਸਾਰੀ ਧੋਤੀ, ਉੱਥੇ ਬਹਿ ਗਏ ਚੌਂਕੜੀ ਮਾਰ ਕੇ, ਸਮਾਧੀ ਲੱਗ ਗਈ ਹੈ ਬੈਠੀ। ਰਾਜੇ ਨੇ ਸੋਚਿਆ ਬੜੀ ਦੇਰ ਹੋ ਗਈ, ਆਈਆਂ ਨਹੀਂ, ਪਹਿਲਾਂ ਛੇਤੀ ਆ ਜਾਂਦੀਆਂ ਸੀ। ਫਿਰ ਆਪਣੇ ਮੰਤਰੀਆਂ ਨੂੰ ਭੇਜਿਆ ਵੀ ਜਾਇਓ। ਉਹ ਕਹਿੰਦੇ ਰਾਜਨ ਉਹ ਤਾਂ ਸਾਰੀਆਂ ਸਮਾਧੀ ਸਥਿਤ ਬੈਠੀਆਂ ਨੇ, ਇਹਦਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਆ ਗਏ ਨੇ। ਫਿਰ ਰਾਜਾ ਆਇਆ, ਮੰਤਰੀਆਂ ਲੈ ਕੇ ਆਇਆ, ਫਿਰ ਪਤਾ ਲੱਗਾ। ਇੰਨੀ ਕਮਾਈ ਸੀ ਉਹਨਾਂ ਦੀ, ਉਹਨਾਂ ਨੂੰ ਕੋਈ ਕਰਨ ਦੀ ਲੋੜ ਨਹੀਂ ਹੁੰਦੀ। ਉਹ ਤਾਂ ਬਸ ਦੇਖਦੇ ਨੇ, ਜੋ ਅੰਦਰ ਪਾਪ ਕਰਮ ਕੀਤੇ ਨੇ, ਜੋ ਮਨ ਦੀ ਮੈਲ ਹੈ, ਸਾਰੀ ਦੀ ਸਾਰੀ ਸਿਰਫ ਦੇਖ ਕੇ ਹੀ ਧੋ ਦਿੰਦੇ ਨੇ। ਤਾਂ ਕਿ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਸ ਲਈ ਸੁਖਮਨੀ ਸਾਹਿਬ 'ਚ ਲਿਖਿਆ ਨਾ, ਸਾਧੂ ਦੇ ਦਰਸ਼ ਸਾਧੂ ਹੋਵੇ ਸਹੀ, ਉਹਦੇ ਦਰਸ਼ਨ ਕਰਨ ਵਾਲੇ ਬੰਦਾ ਨਿਹਾਲ ਹੋ ਜਾਂਦਾ ਹੈ। ਸੋ ਇਸ ਲਈ ਦਸਮ ਪਾਤਸ਼ਾਹ ਕਹਿੰਦੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸੁਧਾਰੇ। ਇਹ ਭਗਵਾਨ ਦੀ ਕਿਰਪਾ ਤੋਂ ਬਿਨਾਂ ਤਾਂ ਇਹਨਾਂ ਨੇ ਅੰਤ ਨੂੰ ਜਮਪੁਰੀ ਨੂੰ ਚਲੇ ਜਾਣਾ ਹੈ। ਇੱਥੇ ਭਾਵੇਂ ਕਿੱਡੇ ਵੱਡੇ ਰਾਜੇ ਮਹਾਰਾਜੇ ਕਿਉਂ ਨਹੀਂ ਸਨ। ਅੱਗੇ ਕਹਿੰਦੇ ਤੀਰਥ ਨਾਨ,
ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੇ। ਖਿਆਲ ਰੱਖਣਾ ਕਿ ਗੁਰੂ ਕਹਿੰਦੇ ਬਸੇਖ ਹੈ, ਕੱਕੇ ਦਲਾਵਾਂ ਨਾਲ ਹੈ, ਲਾਂ ਨਾਲ ਚਾਹੀਦਾ। ਕਈ ਵਾਰੀ ਇੱਕ ਚੀਜ਼ ਪ੍ਰਿੰਟ ਹੋ ਜਾਂਦੀ ਹੈ, ਉਦੋਂ ਅੱਗੇ ਉਸੇ ਤਰ੍ਹਾਂ ਹੀ ਮੱਖੀ ਤੇ ਮੱਖੀ ਮਾਰੀ ਜਾਂਦੇ ਨੇ, ਉਹਨੂੰ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਇਹਦੇ ਅਰਥ ਕੀ ਨਿਕਲ ਰਹੇ ਹਨ। ਇਹ ਸਾਰੇ ਪਾਸਟ ਟੈਂਸ ਨੇ। ਬਸੇਖ ਹੈ ਤਾਂ ਪ੍ਰੈਜ਼ੈਂਟ ਟੈਂਸ ਹੋ ਜਾਏਗਾ, ਬਸੇਖੇ ਪਾਸਟ ਟੈਂਸ ਹੈ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੇ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੇ। ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੇ। ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੇ। ਕਹਿੰਦੇ ਤੀਰਥ ਇਸ਼ਨਾਨ, ਬਹੁਤ ਸਾਰੇ ਲੋਕ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ, ਦਇਆਵਾਨ ਹੁੰਦੇ ਦਇਆ ਕਰਦੇ ਨੇ ਜੀਵਾਂ 'ਤੇ, ਦਮਦਾਨ ਮਾਇਆ ਦਾ ਦਾਨ ਕਰਦੇ ਹਨ। ਸੋ ਸੰਜਮ ਨੇਮ ਅਨੇਕਾਂ ਪ੍ਰਕਾਰ ਦੇ ਸੰਜਮ ਕਰਦੇ, ਆਪਣੀ ਇੰਦਰੀਆਂ 'ਤੇ ਕੰਟਰੋਲ ਕਰਨ ਦੇ ਕਰਮ ਕਰਦੇ ਨੇ। ਅਨੇਕ ਬਸੇਖੇ, ਬਸੇਖੇ ਦੇ ਵਿਸ਼ੇਸ਼ ਤੌਰ 'ਤੇ, ਅਨੇਕਾਂ ਹੀ ਵਿਸ਼ੇਸ਼ ਤੌਰ 'ਤੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਨ ਵਾਲੇ ਕਰਮ ਕਰਦੇ ਹਨ। ਕੋਈ ਤੀਰਥਾਂ 'ਤੇ ਨਹਾ ਰਿਹਾ ਹੈ, ਕੋਈ ਦਇਆ ਕਰ ਰਿਹਾ ਹੈ, ਕੋਈ ਦਾਨ ਦੇ ਰਿਹਾ ਹੈ, ਕੋਈ ਜਿਹੜਾ ਹੈ ਵਿਸ਼ੇਸ਼ ਤਰੀਕਿਆਂ ਨਾਲ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰਨ ਦਾ ਯਤਨ ਕਰ ਰਿਹਾ ਹੈ। ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੇ। ਕਹਿੰਦੇ ਅਸੀਂ ਤੀਰਥਾਂ 'ਤੇ ਗਏ, ਉੱਥੇ ਲੋਕਾਂ ਨੇ ਇਸ਼ਨਾਨ ਕਰਦੇ ਦੇਖਿਆ, ਦਾਨ ਕਰਦੇ ਦੇਖਿਆ, ਦਇਆ ਕਰਦੇ ਦੇਖਿਆ ਅਤੇ ਅਨੇਕਾਂ ਪ੍ਰਕਾਰ ਦੇ ਸੰਜਮ ਕਰਦੇ ਵੀ ਦੇਖਿਆ। ਵੇਦ ਪੁਰਾਣ ਕਤੇਬ ਕੁਰਾਨ, ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਵੀ ਵੇਖੇ, ਵੇਦਾਂ ਨੂੰ ਪੜ੍ਹਨ ਵਾਲੇ ਦੇਖੇ, ਪੁਰਾਣਾਂ ਨੂੰ ਪੜ੍ਹਨ ਵਾਲੇ ਵੇਖੇ, ਕਤੇਬਾਂ ਨੂੰ ਪੜ੍ਹਨ ਵਾਲੇ ਵੇਖੇ, ਕੁਰਾਨ ਨੂੰ ਪੜ੍ਹਨ ਵਾਲੇ ਦੇਖੇ। ਜ਼ਮੀਨ ਜ਼ਮਾਨ ਸਬਾਨ ਕੇ ਪੇਖੇ। ਜ਼ਮੀਨ ਆਕਾਸ਼ ਨੂੰ ਕਹਿੰਦੇ ਨੇ, ਜ਼ਿਮੀ ਤਾਂ ਬਣੇ ਜ਼ਮੀਨ, ਜ਼ਮਾਨ ਇਹ ਦੋਨੋਂ ਜੱਜੇ ਦੇ ਪੈਰ 'ਚ ਬਿੰਦੀ ਨਾ ਪੜ੍ਹਨੇ ਨੇ। ਜ਼ਮੀਨ ਧਰਤੀ ਨੂੰ ਕਹਿੰਦੇ ਨੇ, ਜ਼ਮਾਨ ਆਕਾਸ਼ ਨੂੰ ਕਹਿੰਦੇ ਨੇ, ਸਬਾਨ ਸਾਰੇ। ਅਸੀਂ ਧਰਤੀ 'ਤੇ ਆਕਾਸ਼ 'ਤੇ ਸਭ ਥਾਵਾਂ 'ਤੇ ਕਹਿੰਦਾ ਦੇਖੇ, ਸਾਰੀਆਂ ਥਾਵਾਂ ਦੇਖੀ। ਪੌਣ ਹਾਰ, ਪੌਣ ਹਾਰੀ ਜਿਹੜੇ ਸਨ, ਸਿਰ ਹਵਾ ਖਾ ਕੇ ਗੁਜ਼ਾਰਾ ਕਰਨ ਵਾਲੇ ਸਨ, ਉਹ ਪੌਣ ਹਾਰੀ ਵੇਖੇ। ਜਤੀ ਬ੍ਰਹਮਚਾਰੀ ਵੇਖੇ। ਜਤ ਧਾਰ, ਜਤ ਧਾਰ ਧਾਰਨ ਕਰਨ ਵਾਲੇ ਦੇਖੇ, ਉੱਚੇ ਉੱਚੇ ਆਚਰਨ ਵਾਲੇ ਜਿਹੜੇ ਨੇ ਉਹ ਦੇਖੇ। ਜਤ ਧਾਰ ਉਹ ਜਤੀ ਜਿਹੜੇ ਜਤ ਧਾਰਨ ਕਰਨ ਵਾਲੇ ਸਨ ਉਹ ਵੀ ਵੇਖੇ। ਪੌਣ ਹਾਰੀ ਵੀ ਵੇਖੇ। ਸਭੈ ਸੋ ਵਿਚਾਰ, ਸ਼ੁਭ ਵਿਚਾਰਾਂ ਵਾਲੇ ਵੇਖੇ। ਸੋ ਵਿਚਾਰ ਚੰਗੇ ਵਿਚਾਰ, ਜਿਨ੍ਹਾਂ ਦੇ ਲੋਕਾਂ ਚੰਗੇ ਵਿਚਾਰ ਨੇ ਉਹ ਵੀ ਵੇਖੇ। ਹਜ਼ਾਰਕ ਦੇਖੇ, ਹਜ਼ਾਰਕ ਹਜ਼ਾਰਾਂ ਹੀ ਦੇਖੇ, ਥੋੜ੍ਹੇ ਬਹੁਤ ਨਹੀਂ, ਇਹੋ ਜਿਹੇ ਹਜ਼ਾਰਾਂ ਹੀ ਦੇਖੇ। ਪਰ ਕਹਿੰਦੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਵੱਡੇ ਵੱਡੇ ਰਾਜੇ ਵੇਖੇ, ਪਰ ਜਿਨ੍ਹਾਂ ਨੇ ਨਾਮ ਨਹੀਂ ਨਾ ਜਪਿਆ ਭਗਵਾਨ ਦਾ, ਕਹਿੰਦੇ ਏਕ ਰਤੀ ਬਿਨ ਏਕ ਨਾ ਲੇਖੇ। ਰਤੀ ਹੁੰਦਾ ਰੱਬੀ ਪਿਆਰ, ਰੱਬੀ ਪਿਆਰ ਤੋਂ ਬਿਨਾਂ ਉਹਨਾਂ ਦਾ ਇੱਕ ਕਰਮ ਵੀ ਲੇਖੇ 'ਚ ਨਹੀਂ ਹੈ। ਭਾਵ ਉਹ ਪਰਮਾਤਮਾ ਦੀ ਦਰਗਾਹ 'ਤੇ ਪ੍ਰਵਾਨ ਹੀ ਨਹੀਂ ਹੋਏ। ਰਾਜੇ ਹੋਏ, ਬੜੇ ਤੀਰਥ ਇਸ਼ਨਾਨੀ ਹੋਏ, ਬੜੇ ਦਾਨੀ ਹੋਏ, ਬੜੇ ਦਇਆਵਾਨ ਹੋਏ, ਬੜੇ ਧਾਰਮਿਕ ਕਿਤਾਬਾਂ ਪੜ੍ਹਨ ਵਾਲੇ ਹੋਏ, ਆਕਾਸ਼ 'ਚ ਜ਼ਮੀਨ 'ਚ ਜਿੱਥੇ ਸਭ ਥਾਵਾਂ 'ਤੇ ਕਦੇ ਤੁਸੀਂ ਜਾ ਕੇ ਦੇਖਿਆ। ਫਿਰ ਸਿਰ ਪੌਣ ਹਾਰੀ ਸਨ ਉਹ ਦੇਖੇ, ਜਤੀ ਦੇਖੇ, ਚੰਗੇ ਵਿਚਾਰਾਂ ਵਾਲੇ ਇਨਸਾਨਾਂ ਨੂੰ ਅਸੀਂ ਮਿਲੇ, ਥੋੜ੍ਹੇ ਨਹੀਂ ਹਜ਼ਾਰਾਂ ਹੀ ਦੇਖੇ। ਭੂਪਤ ਰਾਜੇ ਵੀ ਵੇਖੇ, ਪਰ ਸ਼੍ਰੀ ਭਗਵਾਨ ਭਜੇ ਬਿਨ ਏਕ ਰਤੀ ਬਿਨ ਏਕ ਨਾ ਲੇਖੇ। ਇਹੋ ਜਿਹੇ ਰਾਜੇ, ਇਹੋ ਜਿਹੇ ਸਾਰੇ ਲੋਕ ਰੱਬੀ ਪਿਆਰ ਤੋਂ ਬਿਨਾਂ ਏਕ ਨਾ ਲੇਖੇ, ਇੱਕ ਵੀ ਕਰਮ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੈ। ਸੋ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੁੰਦਾ ਜਪਿਆ ਹੋਇਆ ਨਾਮ ਅਤੇ ਕੀਤੇ ਹੋਏ ਸ਼ੁਭ ਕਰਮ। ਦੋ ਚੀਜ਼ਾਂ ਹੀ ਸਾਡੇ ਨਾਲ ਜਾਣੀਆਂ ਨੇ। ਜਦੋਂ ਅਸੀਂ ਮਰਨਾ ਸਾਡੇ ਨਾਲ ਦੋ ਚੀਜ਼ਾਂ ਜਾਣੀਆਂ ਨੇ, ਇੱਕ ਸਾਡੇ ਕੀਤੇ ਹੋਏ ਕਰਮ, ਇੱਕ ਸਾਡਾ ਜਪਿਆ ਹੋਇਆ ਨਾਮ। ਇਹ ਕਰਮਾਂ 'ਚ ਹੀ ਸ਼ਾਮਿਲ ਹੈ।
ਭਾਵ ਜਿਹੜੇ ਅਸੀਂ ਕਰਮ ਕੀਤੇ ਨੇ ਇਹ ਸਾਡੇ ਨਾਲ ਜਾਣੇ, ਬਾਕੀ ਸਭ ਕੁਝ ਇੱਥੇ ਰਹਿ ਜਾਣਾ। ਸੰਸਾਰ ਦੀ ਜੋ ਚੀਜ਼ ਅੱਖਾਂ ਨਾਲ ਦਿਸ ਰਹੀ ਇਹਨਾਂ 'ਚ ਕੋਈ ਵੀ ਸਾਡੇ ਨਾਲ ਨਹੀਂ ਜਾਣੀ। ਸਾਡੇ ਨਾਲ ਜਾਣਾ ਕੀ ਹੈ? ਜਨਮ ਤੋਂ ਲੈ ਕੇ ਮਰਨ ਤੱਕ ਜਿਹੜੇ ਅਸੀਂ ਕਰਮ ਕੀਤੇ, ਚੰਗੇ ਕੀਤੇ ਉਹ ਵੀ ਜਾਣੇ ਨੇ, ਮੰਦੇ ਕੀਤੇ ਉਹ ਵੀ ਜਾਣੇ ਨੇ। ਨਾਮ ਜਪਿਆ ਇਹ ਵੀ ਜਾਣਾ, ਕਿਸੇ ਨੂੰ ਜਪਣ ਤੋਂ ਹਟਾ ਦਿੱਤਾ ਉਹ ਵੀ ਨਾਲ ਹੀ ਜਾਣਾ। ਇਸ ਲਈ ਇਹ ਮਨੁੱਖ ਦੇ ਜਿਹੜੇ ਕਰਮ ਨੇ ਇਹ ਨਾਲ ਜਾਂਦੇ ਨੇ। ਇਸ ਸਰੀਰ ਦੇ ਵਿੱਚੋਂ ਇੱਕ ਸੂਖਸ਼ਮ ਸਰੀਰ ਨਿਕਲਦਾ ਹੈ। ਉਹ ਸਰੀਰ ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਨਾ, ਉਹਨੂੰ ਦਿਸ ਰਿਹਾ ਹੁੰਦਾ। ਉਹ ਤਾਂ ਹੀ ਉਹ ਭਤੀਜਾ ਕਹਿ ਚਾਚਾ ਦਿਸ ਰਿਹਾ ਸੀ ਨਾ ਜਾਂਦਾ ਵੀ ਆਹ ਜਮਦੂਤ ਲਈ ਜਾਂਦੇ। ਉਹ ਤਾਂ ਕਿਸੇ ਨੂੰ ਦਿਸ ਹੀ ਨਹੀਂ ਸੀ ਰਿਹਾ, ਉਹ ਤਾਂ ਕਿਸੇ ਨੂੰ ਦਿਸ, ਉਹਨੂੰ ਸਿਰਫ ਇਕੱਲੇ ਨੂੰ ਦਿਸ ਰਿਹਾ ਸੀ ਵੀ ਆਹ ਲਈ ਜਾਂਦੇ ਕੁੱਟਦੇ ਹੋਏ। ਹੂ ਬਹੂ ਫਰਕ ਮੇਰੀ ਇੱਥੇ ਹੁਣੇ ਹੀ ਕਥਾ ਕਰਦੇ ਡੈਥ ਹੋ ਜਾਂਦੀ ਹੈ, ਅਤੇ ਤੁਹਾਡੇ 'ਚੋਂ ਕਿਸੇ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਤਾਂ ਹੂ ਬਹੂ ਇਹੋ ਜਿਹੇ ਸਰੀਰ ਇੱਕ ਵਿੱਚੋਂ ਨਿਕਲ ਕੇ ਜਾਵੇਗਾ। ਪਰ ਜੇ ਤੁਸੀਂ ਉਹਨੂੰ ਹੱਥ ਲਾਓਗੇ ਤੁਹਾਡੇ ਹੱਥ 'ਤੇ ਕੁਛ ਨਹੀਂ ਹੈ, ਕਿਉਂਕਿ ਸੂਖਸ਼ਮ ਸਰੀਰ ਹੈ। ਸੂਖਸ਼ਮ ਸਰੀਰ ਦੇ ਵਿੱਚ ਇੱਕ ਮਨ ਹੁੰਦਾ, ਇੱਕ ਆਤਮਾ ਹੁੰਦੀ ਹੈ, ਦੋ ਚੀਜ਼ਾਂ ਨਾਲ ਜਾਂਦੀਆਂ। ਇਸ ਸਰੀਰ ਦੇ ਵਿੱਚੋਂ ਨਿਕਲੇ ਕਿ ਸੂਖਸ਼ਮ ਸਰੀਰ ਜਾਂਦਾ ਹੈ। ਉਹ ਸੂਖਸ਼ਮ ਸਰੀਰ ਦੇ ਵਿੱਚ ਮਨ ਵੀ ਹੁੰਦੀ ਹੈ ਅਤੇ ਆਤਮਾ ਵੀ ਹੁੰਦੀ ਹੈ, ਦੋ ਚੀਜ਼ਾਂ ਹੁੰਦੀਆਂ, ਮਨ ਹੁੰਦਾ, ਆਤਮਾ ਹੁੰਦੀ। ਮਨ ਦੇ ਵਿੱਚ ਹੀ ਸਾਰੇ ਕੀਤੇ ਹੋਏ ਕਰਮ ਹੁੰਦੇ ਨੇ। ਮਨ ਦੇ ਵਿੱਚ ਜਿਵੇਂ ਟੇਪ ਰਿਕਾਰਡਰ ਹੈ, ਸਭ ਕੁਝ ਟੇਪ ਕੀਤਾ ਹੁੰਦਾ ਸੀ। ਇਹ ਮਨ ਦੇ ਵਿੱਚ ਚੰਗੇ ਮੰਦੇ ਜੋ ਵੀ ਅਸੀਂ ਕਰਮ ਕੀਤੇ ਨੇ ਉਹ ਮਨ ਦੇ ਵਿੱਚ ਹੁੰਦੇ, ਨਾਲ ਹੁੰਦੀ ਆਤਮਾ। ਉੱਥੇ ਮਨ ਦਾ ਫਿਰ ਹਿਸਾਬ ਕਿਤਾਬ ਹੁੰਦਾ। ਆਤਮਾ ਤਾਂ ਅਮਰ ਹੈ, ਉਹ ਤਾਂ ਰੱਬ ਦਾ ਰੂਪ ਹੋਣ ਕਰਕੇ ਉਹਨੂੰ ਤਾਂ ਅਸਰ ਨਹੀਂ। ਇਹ ਮਨ ਫਿਰ ਉੱਥੇ ਪਹੁੰਚਦਾ ਹੈ ਸੂਖਸ਼ਮ ਸਰੀਰ ਦੇ ਤੌਰ 'ਤੇ। ਫਿਰ ਉੱਥੇ ਦਾ ਹਿਸਾਬ ਕਿਤਾਬ ਹੁੰਦਾ ਹੈ, ਜੋ ਸਜ਼ਾਵਾਂ ਦੇਣੀ ਉਹ ਮਿਲਦੀਆਂ ਨੇ। ਫਿਰ ਅਗਲਾ ਜੀਵਨ ਮਨੁੱਖ ਨੂੰ ਮਿਲਦਾ ਹੈ ਅਤੇ ਉਹ ਫਿਰ ਕਰਮਾਂ ਨੂੰ ਆ ਕੇ ਤੇ ਭੋਗਦਾ ਰਹਿੰਦਾ ਹੈ, ਨਵੇਂ ਕਰਮ ਕਰਦਾ ਰਹਿੰਦਾ, ਪਿਛਲਿਆਂ ਨੂੰ ਭੋਗਦਾ ਰਹਿੰਦਾ ਹੈ। ਸੋ ਦਸਮ ਪਾਤਸ਼ਾਹ ਦਾ ਸਾਰੇ ਜਿਹੜਾ ਜ਼ੋਰ ਹੈ ਨਾ ਇਸ ਗੱਲ 'ਤੇ ਹੈ ਕਿ ਸੰਸਾਰਿਕ ਤੌਰ 'ਤੇ ਭਾਵੇਂ ਤੁਸੀਂ ਕੁਛ ਵੀ ਕਰੀ ਜਾਓ, ਕੁਛ ਵੀ ਕਰੀ ਜਾਓ, ਪਰ ਜੇ ਤੁਸੀਂ ਨਾਮ ਨਹੀਂ ਜਪਦੇ ਤਾਂ ਕਹਿੰਦੇ ਪਰਮਾਤਮਾ ਦੀ ਦਰਗਾਹ ਤੁਹਾਡੀ ਇੱਕ ਰੱਤੀ ਵੀ ਕੀਮਤ ਨਹੀਂ ਪੈਣੀ। ਹੋਰ ਕੋਈ ਕਰਮ ਲੇਖੇ 'ਚ ਹੀ ਨਹੀਂ ਹੈਗਾ। ਲੇਖੇ ਵਿੱਚ ਹੈ ਤਾਂ ਪਰਮਾਤਮਾ ਦਾ ਨਾਮ ਹੀ ਲੇਖੇ ਵਿੱਚ ਹੈ। ਇਸ ਲਈ ਭਾਈ ਜਿੱਥੇ ਅਸੀਂ ਆਪਣਾ ਪਰਿਵਾਰ ਪਾਲਣਾ, ਉੱਥੇ ਸ਼ੁਭ ਕਰਮ ਕਰਦੇ ਹੋਏ ਹਾਂ, ਦਸਾਂ ਨੌਂ ਦੀ ਕਿਰਤ ਕਰਦੇ ਹੋਏ ਹਾਂ, ਭਜਨ ਬੰਦਗੀ ਕਰਦੇ ਹੋਏ ਹਾਂ, ਇਹ ਜੀਵਨ ਬਤੀਤ ਕਰਨਾ ਤਾਂ ਜੋ ਸਾਡਾ ਮਨੁੱਖਾ ਜੀਵਨ ਸਫਲਾ ਹੋ ਜਾਵੇ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।